पुछदा है कि केड़े चौधरी दा पुत कौन जातू, क्या अकल शऊर दा कोट है नी, कि कू रिज़्क ने उदास कीता इसनू, केड़े पीर दी ओट है नी, फौजदार वांगू कर कूच धाना, मार जियों नकारे दी चोट है नी, किना जट्टां दा पोतरा, कौन कोई वतन ऐसदा, केड़ा कोट है नी। करो अगे फिर ਅੱਗੇ ਪੜਾਂ। हाँ। ਪੁੱਤਰ ਤਖਤ ਹਜ਼ਾਰੇ ਦੇ ਚੌਧਰੀ ਦਾ ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ। ਉਹਦਾ ਭੋਲੜਾ ਮੁਖ ਤੇ ਨੈਣ ਨਮੀ, ਕੋਈ ਛੇਰ ਜਿਹੀ ਉਹਦੀ ਡੀਲ ਹੈ ਜੀ। ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ, ਸਖੀ ਜੀ ਦਾ ਨਹੀਂ ਬਖੀਲ ਹੈ ਜੀ। ਗੱਲ ਸੋਹਣੀ ਪਰਿਆ ਦੇ ਵਿੱਚ ਕਰਦਾ, ਖੋਜੀ ਲਾਈ ਤੇ ਨਿਆਉ ਵਕੀਲ ਹੈ ਜੀ। सीम साहब 76वां प्रयोग ਛਤਰ ਕਿਹ ਡੋਗਰਾਂ ਜੱਟਾਂ ਦੇ ਨਿਉ ਜਾਣੇ, ਪਰ ਹੈ ਵਿੱਚ ਦਿਲਾਵਰੇ ਲਾਈਆਂ ਦੇ। ਪਾੜ ਚੀਰ ਕਰ ਜਾਣ ਦਾ ਕੁੱਢ ਤੇ ਸੂ, ਲੜੀਆਂ ਕਿੱਕਰ ਵਿੱਚੋਂ ਭਰਜਾਈਆਂ ਦੇ। ਕਿਸ ਗੱਲ ਤੋਂ ਰੁੱਸ ਕੇ ਉੱਠ ਆਇਆ, ਲੜਿਆ ਕਾਸ ਤੂੰ ਹੈ ਨਾਲ ਭਾਈਆਂ ਦੇ। ਵਾਰਿਸ ਸ਼ਾਹ ਨਾ ਇਸ ਤੋਂ ਨਫਾ ਕੋਈ, ਜਿਹੜਾ ਰੁੱਸ ਆਇਆ ਨਾਲ ਭਾਈਆਂ ਦੇ। नहीं 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 ਇਹ ਨਹੀਂ ਕਰਨਾ। ਅੱਛਾ ਲਾਈ ਹੋਈ ਕਿ ਮਾਮਲੇ ਦੱਸ ਦਿੰਦਾ, ਮੁਨਸਫ ਹੋ ਵੱਡੇ ਫਾਹੇ ਫੇਰਿਆਂ ਦੇ। ਵਰੀ ਕੱਤ ਕੇ ਕਹੀ ਦੇ ਭਾਰ ਲਾਏ, ਸੱਤੇ ਕੱਢ ਦਿੰਦਾ ਖੋਜ ਚਿਹਰਿਆਂ ਦੇ। ਘਾਰਾ ਧਾਵਰੀ ਤੋਂ ਮੋੜ ਲਿਆਉਂਦਾ ਹੈ, ਠੰਡ ਪਾਉਂਦਾ ਵਿੱਚ ਬਖੇਰਿਆਂ ਦੇ। ਸਭਾ ਰਹੀ ਰੋਣੀ ਨੂੰ ਸਾਂਭ ਲਿਆਵੇ, ਅੱਖੀਂ ਵਿੱਚ ਦੱਖੇ ਵਾਂਗ ਹੇਰਿਆਂ ਦੇ। ਸੇਹਾਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ, ਜਿੱਥੇ ਨਿਤ ਪਾਉਂਦੇ ਲੱਖ ਬੇਰੀਆਂ ਦੇ। तेरा आखना असा मंजूर किता, नहीं धी संभाल के सारियां नी। खबरदार रही मजी विच खड़ा, बेले विच मुसीबतां भारियां नी। रला करे नहीं नाल खेडियां दे, ऐस कदी नहीं मजी चारियां नी। मत खेड रिजे पड़ जान मजी, ओवन पिंड दे विच खुवारियां नी। ਅੱਛਾ, ਜਿਹੜੀ ਮੇਰੇ ਕੋਲ ਕਿਤਾਬ ਹੈ ਨਾ, ਇਹ ਗੁਰਮੁਖੀ ਵਿੱਚ ਹੈ ਤੇ ਸਾਡਾ ਬੜਾ ਦਾਨਿਸ਼ਵਰ ਹੋਇਆ ਸੰਤ ਸਿੰਘ ਸਿੱਖੋਂ ਵੀ ਰਚਿਤ ਕੀਤੀ ਹੋਈ ਹੈ। ਤੇ ਇਹ ਰਚਨਾ ਤਾਂ ਹੈ ਹੀ ਵੀ ਅਸੀਂ ਤੇ ਵੱਡੀ ਹੀ ਤੁਹਾਨੂੰ ਪਤਾ ਹੀ ਹੈ। ਹਰ ਕੋਈ ਕਹਿੰਦਾ ਵੀ ਮੈਂ ਜੋ ਬਣਾ ਰਿਹਾ ਜਾਂ ਜੋੜ ਰਿਹਾ ਉਹੀ ਅਸੀਂ ਤੇ ਵੱਡੀ ਹੈ। ਫਰਕ ਕਿੰਨਾ ਸਾਰੀ ਇਬਾਰਤ ਦਾ ਦੇਖੋ। ਅਗਰ ਹੁਣ ਪੜ੍ਹ ਕੇ ਹਟਿਆ ਜਿਹੜਾ ਇਹਦੇ ਵਿੱਚ ਹੈ, ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ, ਮੱਝੀ ਦੇ ਸੰਭਾਲ ਕੇ ਸਾਰੀਆਂ ਨੇ। ਮੱਝੀ ਚਾਹੀਦਾ, हाँ मजी ਖਬਰਦਾਰ ਰਹੇ ਮੰਗੂ ਵਿੱਚ ਖੜਾ, ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨੇ। ਰਲਾ ਕਰੇ ਨਹੀਂ ਨਾਲ ਖੰਦਿਆਂ ਦੇ, ਇਸ ਕਦੇ ਨਹੀਂ ਮੱਝੀ ਚਾਰੀਆਂ ਨੇ। ਮਾਤਾ ਖੇਡ ਰੁੱਝੇ ਖੜੀਆਂ ਜਾਣ ਮੱਝੀ, ਹੁਣ ਪਿੰਡ ਦੇ ਵਿੱਚ ਖੁਆਰੀਆਂ ਨੇ। ਤੇ ਖੇੜ ਜਾਣ ਮੰਜੀ, ਖੇੜ ਖੜੀਆਂ ਇੱਕੋ ਹੀ ਖੇਡ ਜਾਣ ਮਤਲਬ ਖਿਲਰ ਜਾਣੀਆਂ ਜਾਂ ਸਪਰੈਡ। ਫਿਰ ਅਗਲਾ ਹੈ ਹੀਰ ਮਾਂ ਨੂੰ ਆਖਦੀ ਹੈ, ਪਾਸ ਮਾਂ ਦੇ ਹੀਰ ਨੇ ਗੱਲ ਕੀਤੀ, ਮਾਹੀ ਨਹੀਂ ਦਾ ਆਣ ਕੇ ਛੇੜਿਆ ਮੈਂ। ਨਿਤ ਪਿੰਡ ਦੇ ਵਿੱਚ ਵਿਚਾਰ ਪਾਉਂਦੀ, ਇਹ ਝਗੜਾ ਚਾਹੇ ਨਵੇੜਿਆ ਮੈਂ। ਸੁਣਿਆ ਨਿਤ ਰੁਲੇ ਮੰਗੂ ਵਿੱਚ ਬੇਲੇ, ਮਾਹੀ ਸੁਭੜ ਹੈ ਆਣ ਸਹੇੜਿਆ ਮੈਂ। ਮਾਈ ਕਰਮ ਜਾਗੇ ਸਾਡੇ ਮੰਗੂਆਂ ਦੇ, ਸਾਊ ਅਸਲ ਜਟੇਟੜਾ ਘੇਰਿਆ। ਇਹ ਸਾਰਿਆਂ ਦੀਆਂ ਐਨਕਾਂ ਦਾ ਮਸਲਾ ਹੋ ਰਿਹਾ ਲੰਬਾ। मक्खन खंड परौंठे खा मियां, मही मी छेर दे रब दे आसरे ते। हसन गबरू रांझा जाल मियां गुजर आपसी, दुध दे कासरे ते। हीर आखदी रब रजाक तेरा मियां, जाई ना लोकां दे हासरे ते। मैं छेर दे जल दे विच बीबा, मैं छेर दे जल दे विच बीबा। आप हो गए छेड़ दे, ਮਹੀ मैं छेड़ दे, मैं छेर दे ਝੱਲ जल जल दे विच बीबा।
मियाँ आप हो यहाँ। आप हो बैं एक पास रहते। आप हो बहन से एक पास रहते एक ਅੱਛਾ ਵੈਸੇ ਵੈਸੇ। हाँ जी। ਇਹ ਬੈਸ ਹੈ ਵੈਸੇ ਮਤਲਬ ਸੇ ਜਾ ਹਾਂ ਮੈਂ ਇਹਦੇ ਵਿੱਚ ਕੁਝ ਹੋਰ ਨਹੀਂ ਲਾਈਆਂ ਇਹ ਹੈ ਨਾ ਮੱਖਣ। ਮੱਖਣ ਆਪਸੀ ਦੁੱਧ ਦੇ ਕਾਚੜੇ ਤੇ ਹੀਰ ਆਖਿਆ ਰੱਬ ਰਜ਼ਾਕ ਤੇਰਾ ਮੀਆਂ ਜਾਈ ਨਾ ਲੋਕਾਂ ਦੇ ਹੱਸੜੇ ਤੇ ਮੈਂ ਤਾਂ 60 ਸਹੇਲੀਆਂ ਨਾਲ ਲੈ ਕੇ ਕਿਹੜੇ ਰਕਸਾਂ ਸਾਹ ਉਭਾਸੜੇ ਤੇ ਤੇਰੇ ਸਾਹ ਲੈ ਦੀ ਖਬਰਦਾਰੀ ਕਰਾਂਗੀ ਤੇਰੇ ਨਾਲ ਸ਼ਰੀਕ ਰਫੀਕ ਹੋ ਕੇ ਨਜ਼ਰ ਪਾਓ ਸਾਂ ਖੋਜ ਦੇ ਘਸੜੇ ਤੇ ਮੱਝੀ ਛੇੜਦੇ ਝਲਦੇ ਵਿੱਚ ਮੀਆਂ ਆਪ ਹੋ ਵਹੀਂ ਇੱਕ ਪਾਸੜੇ ਤੇ ਵਾਰਿਸ ਰੱਬ ਨੇ ਕੰਮ ਬਣਾ ਦਿੱਤਾ ਪਰ ਉਮਰ ਹੈ ਨਕਸ਼ ਪਤਾਸੜੇ ਤੇ ਦੇਖੋ ਕਿੰਨਾ ਫਰਕ ਨਹੀਂ ਨਹੀਂ ਬਹੁਤ- ਗੁਰਮੁਖੀ ਹੈ ਸੇ ਇਹਦੇ ਵਿੱਚ ਆ ਰਿਹਾ ਇਹ ਨਹੀਂ ਆ ਰਿਹਾ ਲਾਈਨਸ यानी ये 2-3 लाइनें ਉਹ नहीं आ रही। ਲੈਣਾ ਜਿਹੜੀਆਂ ਪਹਿਲੇ ਦੱਸੀਆਂ ਨਾ ਉਹ ਲਾਈਨਾਂ ਤੇ ਕਿਤਾਬ ਵਿੱਚ ਨਹੀਂ ਆ ਰਹੀਆਂ ਹੋਈ ਨਾ ਇਹ ਮਸਲਾ ਹੈ ਪਿੱਛੇ ਜੇ ਕਿਤਾਬ ਛਪੀ ਤੁਸੀਂ ਲੈ ਕੇ ਆਉਣੀ ਲਾਹੌਰੋਂ ਉਹ ਕਿਸੇ ਬੰਦੇ ਨੇ ਬੜੀ ਮਿਹਨਤ ਨਾਲ ਨਾ ਜਿੰਨੀਆਂ ਵੀ ਉਹਨੂੰ ਹੀਰਾ ਮਿਲੀਆਂ ਨੇ ਉਹ ਸਾਰਾ ਫਿਰ ਉਹਨੇ ਛਾਣੀ ਹੈ ਕਿ ਕਿਹੜੇ ਲੋਕਾਂ ਨੇ ਰਲਾ ਪਾਏ ਨੇ ਕਿਹੜੀਆਂ ਜਾਲੀ ਨੇ ਜਿਵੇਂ ਬੜੀ ਦੋਸ਼ੀ ਹਾਂਜੀ। ਚੜ੍ਹਦੇ ਮਾਰੀਆਂ ਹੀਰ ਚੀਕਾਂ ਉਹ ਕਹਿੰਦੇ ਵਾਰਿਸ ਸ਼ਾਹ ਮਤਲਬ ਹਾਂ, ਇਹਨਾਂ ਠੀਕ ਹੈ। ਦਰਬਾਰ ਘਟਿਆ ਨਹੀਂ ਲਿਖ ਸਕਦਾ ਮੈਂ ਚੀਕਾਂ ਕੀ ਹੋਈਆਂ ਸਹੀ ਗੱਲ ਹਾਂਜੀ ਤੇ ਉਸਤਾਦ ਦਾਮਨ ਦਾ ਇੰਟਰਵਿਊ ਮੈਂ ਤੇ ਭੇਜਿਆ ਸੀ ਕਿ ਨਹੀਂ ਹਾਂਜੀ ਹਾਂਜੀ ਉਹਦੇ ਵਿੱਚ ਵੀ ਉਹਨੇ ਗੱਲ ਕੀਤੀ ਹੈ ਤੇ ਉਹ ਵੀ ਤੁਸੀਂ ਸੁਣਨਾ ਤੁਸੀਂ ਇਹਨਾਂ ਨੂੰ ਲਿੰਕ ਭੇਜ ਦੇਣਾ ਸਾਡੇ ਅੱਛਾ ਸੋ ਰਲਾ ਬਹੁਤ ਪਿਆ ਤੇ ਇਹਦਾ ਮਤਲਬ ਉਹਦੇ ਇਹ ਵਾਰਿਸ ਸ਼ਾਹ ਦੇ ਮਕਬੂਲ ਹੋਣ ਦੀ ਨਿਸ਼ਾਨੀ ਹੈ ਵੀ ਇਹ ਸਾਰੇ ਲੋਕਾਂ ਦੇ ਇੰਨਾ ਮਕਬੂਲ ਹੈ ਸਹੀ। ਕਿ ਉਹਨੇ ਹਰ ਕਿਸੇ ਨੇ ਆਪਣਾ ਬਣਾ ਲਿਆ ਦੇਖੋ ਜੀ ਉਸ ਵੇਲੇ ਕਿਤਾਬਤ ਤੇ ਹੁੰਦੀ ਨਹੀਂ ਸੀ ਪ੍ਰੈਸਾਂ ਤੇ ਹੁੰਦੀਆਂ ਨਹੀਂ ਸੀ ਹਾਂ ਸੀਨਾ ਬਸੀਨਾ ਸਾਰੀ ਗੱਲ ਚੱਲਦੀ ਸੀ ਬਸੀਨਾ। ਉਹ ਜਿਵੇਂ ਜਿਵੇਂ ਕੋਈ ਲਿਖਦੇ ਰਹੇ जुड़ता रहना सी ਉਹ ਉਸੇ ਚ ਕੁਝ ਲੋਕਾਂ ਨੇ ਆਪਣਾ ਵੀ ਪਾਇਆ ਇਹ ਕਿਸੇ ਦਾ ਆਵਾਮੀ ਹੋਣ ਦੀ ਨਿਸ਼ਾਨੀ ਹੈ ਨਾ ਮਿਲਦਾ ਰਹਿਣ ਦੀ Yes. ਲੋਕਾਂ ਨੇ ਆਪਣੀ ਵੀ ਵਿੱਚ ਪਾਉਂਦੇ ਰਹੇ ਚੀਜ਼ਾਂ ਔਰ ਉਵੇਂ ਬਾਅਦ ਵਿੱਚ ਜਿਸ ਲਈ ਲਿਖਣ ਲੱਗੇ ਤਾਂ ਲਿਖਣ ਵਾਲੇ ਜਿਹੜੇ ਸੋਰਸ ਹਨ ਜ਼ਿਆਦਾ ਰਿਸਰਚ ਦੇ ਉਹ ਜ਼ਿਆਦਾ ਮਤਲਬ ਕਿ ਜਿਨ੍ਹਾਂ ਲੋਕਾਂ ਨੇ ਪੜ੍ਹਦੇ ਸਨ ਸ਼ੌਕ ਸੀ ਜਾਂ ਉਸ ਲਈ ਜਿਹੜੇ ਮਰਾਸੀ ਜਾਂ ਜਿਨ੍ਹਾਂ ਨੂੰ ਮੀਰ ਸਾਹਿਬ ਕਿਹਾ ਜਾਂਦਾ ਹੈ ਉਹਨਾਂ ਦੇ ਵਿੱਚੋਂ ਸਾਰੇ ਅਦੋਲੇ ਜਾਂ ਸ਼ਾਇਰੀ ਲਿਖੀ ਗਈ ਉਹ ਜਿਵੇਂ ਜਿਵੇਂ ਕਿਸੇ ਨੂੰ ਯਾਦ ਸੀ ਉਹ ਲਿਖਾਂਦਾ ਰਿਹਾ ਨਾਲੇ ਲਹਿਜਾ ਵੀ ਫਿਰ ਥੋੜਾ ਥੋੜਾ ਫੈਸਲਾਬਾਦ ਜਾਓ ਲਾਹੌਰ ਜਾਓ ਲੁਧਿਆਣੇ ਬੜਾ ਫਰਕ ਹੈ ਜਾਓ। ਫੈਸਲਾ ਜਿੱਥੇ ਹੀਰ ਵਾਰਿਸਾ ਲਿਖੀ ਗਈ ਹੈ ਸਾਡੇ ਤੋਂ ਕੋਈ ਸਿਰਫ 18 ਮੀਲ ਬਸ ਦੂਰ ਹੈ 18 ਮੀਲ ਦੂਰੀ ਤੇ ਜਿਹੜੀ ਪੰਜਾਬੀ ਦੇ ਵਿੱਚ ਲਿਖੀ ਗਈ ਹੈ ਉਹ ਸਾਡੀ ਮਤਲਬ ਆਪਣੀ ਜ਼ੁਬਾਨ ਹੈ ਉਹ ਅਸੀਂ ਬੋਲਦੇ ਹਾਂ ਉਹ ਜਿਵੇਂ ਜਿਵੇਂ ਫੈਸਲਾਬਾਦ ਦੀ ਸਾਈਡ ਤੇ ਜਾਂ ਉਸ ਮੁਲਤਾਨ ਤੋਂ ਵੇਲੇ ਰੱਬ ਦਾ ਨਾਮ ਲੈ ਜਾ ਵੜਿਆ ਹੋਇਆ ਧੁੱਪ ਦੇ ਨਾਲ ਜ਼ਹੀਰ ਮੀਆਂ ਧੁੱਪ ਦੇ ਨਾਲ ਜ਼ਹੀਰ ਮੀਆਂ ਉਹਦੀ ਨੇਕ ਸਾਥ ਰਜੂ ਆਮ ਹੋਈ ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ ਬੱਚਾ ਖਾ ਚੋਰੀ ਬੱਚਾ ਖਾ ਚੋਰੀ ਚੋ ਮੱਝ ਬੋਰੀ ਜਿਵੇਂ ਵਿੱਚ ਨਾ ਹੋ ਦਿਲਗੀਰ ਮੀਆਂ ਕਾਈ ਨੱਡੜੀ ਸੋਹਣੀ ਕਰੋ ਬਖਸ਼ਿਸ਼ ਪੂਰੇ ਰੱਬ ਦੇ ਹੋ ਤੁਸੀਂ ਵੀ ਪੀਰ ਮੀਆਂ ਹੀਰ ਬਖਸ਼ੀ ਦਰਗਾਹ ਤੀ ਤੁਧ ਤਾਈ ਸਾਨੂੰ ਯਾਦ ਕਰੀ ਪਵੇ ਭੀੜ ਦੀਆਂ ਕੋਈ ਨੱਡੜੀ ਸੋਹਣੀ ਕਰੋ ਬਖਸ਼ਿਸ਼ ਕੋਈ ਨੱਡੜੀ ਸੋਹਣੀ ਕਰੋ ਬਖਸ਼ਿਸ਼ ਨੱਡੜੀ ਸੋਹਣੀ ਕਰੇ ਬਖਸ਼ਿਸ਼ ਕਰੋ ਬਖਸ਼ਿਸ਼ ਦੁਆ ਕਰ ਪੂਰੇ ਰੱਬ ਦੇ ਹੋ ਤੁਸੀਂ ਪੀਰ ਮੀਆਂ ਹੀਰ ਬਖਸ਼ੀ ਦਰਗਾਹ ਤੀ ਤੁਧ ਤਾਈ ਤੇ ਸ਼ਕਰ ਗੰਜ ਬੋਸ ਗੋੜੀ ਮੁਲਤਾਨ ਦਾ ਜ਼ਿਕਰੀਆ ਪੀਰ ਨੂਰੀ ਹੋਰ ਸੈयद ਜਲਾਲ ਬੁਖਾਰੀਆ ਸੀ ਅਤੇ ਲਾਲ ਸ਼ਬਾਜ਼ ਬਹਿਸ਼ਤੋਰੀ ਤੁਰਾ ਖਿਜ਼ਰ ਰੁਮਾਲ ਸ਼ਕਰ ਗੰਜ ਦਿੱਤਾ ਅਤੇ ਮੁੰਦਰਾ ਲਾਲ ਸ਼ਬਾਜ਼ ਨੂਰੀ ਖੰਜਰ ਸੈयद ਜਲਾਲ ਬੁਖਾਰੀਏ ਨੇ ਖੋਂਡੀ ਜ਼ਿਕਰੀਏ ਪੀਰ ਨੇ ਇੱਕ ਬੋਰੀ ਹੱਕ ਇੱਕ ਬੋਰੀ ਤੈਨੂੰ ਭੀੜ ਪਵੇ ਕਰੇ ਯਾਦ ਬੇਟਾ ਨਹੀਂ ਜਾਣਨੀ ਅਸਾਂ ਥੀ ਪਲਕ ਦੂਰੀ ਤੁਸੀਂ ਬੋਲੋਗੇ ਕੋਸ਼ਿਸ਼ ਕਰੋ ਸਾਰਿਆਂ ਦਾ ਇਹੋ ਜਿਹਾ ਪੰਜਾਬੀ ਤਾਂ ਮੈਂ ਬੋਲ ਲੈਂਦਾ ਇਹ ਉਰਦੂ ਚ ਇਸ ਤਰ੍ਹਾਂ ਪੜ੍ਹਨਾ ਨਹੀਂ ਇਹ ਪੰਜਾਬੀ ਚ ਹੀ ਪੜ੍ਹਨਾ ਨਹੀਂ ਪੰਜਾਬੀ ਚ ਤਾਂ ਪੜ੍ਹਨਾ ਇਹਨੂੰ ਪੜ੍ਹਨਾ ਲਿਖੀ ਮੁਸ਼ਕਿਲ ਹੈ ਪੰਜਾਬੀ ਚ ਹੀ ਹੀਰ ਚਾਹ ਬੱਤਾ ਖੰਡ ਖੀਰ ਮੱਖਣ ਮਈ ਮੀਆਂ ਰਾਂਝੇ ਦੇ
ਪਾਸ ਲੈ ਦਾਮਨ ਦੀ ਨਹੀਂ ਮੈਂ ਨਹੀਂ ਪੜ ਸਕਦਾ ਚਲੋ ਤੁਸੀਂ ਪੜ੍ਹ ਜ਼ਫਰ ਸਾਹਿਬ ਦੀ ਜ਼ਫਰ ਸਾਹਿਬ ਪੜ੍ਹ ਲੈਂਦੇ ਤੁਸੀਂ ਇਹ ਮੁਸ਼ਕਲ ਹੈ ਉਹ ਪੜ੍ਹ ਲਓ ਟਰਾਈ ਤਾਂ ਆ ਗੁਰਮੁਖੀ ਹੈ ਜੀ ਹਾਂਜੀ ਹਾਂ। ਇਹ ਸੌਖਾ ਸਾਡੇ ਲਈ ਹਾਂ। ਐਸਾ ਪੜ੍ਹੋ ਤੁਸੀਂ ਕੋਸ਼ਿਸ਼ ਤਾਂ ਕਰੋ ਨਾ ਨਹੀਂ ਸ਼ੀਰ ਸਾਹਿਬ ਨੇ ਬਹੁਤ ਠੀਕ ਠਾਕ ਪੜੀ ਹੈ ਸ਼ੀਰ ਸਾਹਿਬ ਨੇ ਮੈਂ ਫੇਲ ਹੋ ਗਿਆ ਇਧਰ ਟ੍ਰੇਨ ਹੋ ਗਿਆ ਰਿਆਜ਼ ਕੀਤਾ ਹੋਇਆ ਇਹ ਮੁਲਤਾਨ ਰਿਆਜ਼ ਕੀਤਾ ਹੋਇਆ ਸ਼ੀਰ ਸਾਹਿਬ ਨੇ ਇਹ ਮੁਲਤਾਨ ਦੇ ਹੈ ਨਾ ਅੱਛਾ ਅੱਛਾ ਇਹ ਜਿਹੜਾ ਮਈ ਲਫ਼ਜ਼ ਹੈਗਾ ਮਈ ਲਫ਼ਜ਼ ਹੈ ਮੱਝ ਨੂੰ ਮਈ ਮਈ? ਕਹਿੰਦੇ ਹਾਂ ਮਈ ਕਹਿੰਦੇ ਨੇ ਅੱਛਾ ਕਿਉਂਕਿ ਮੈਂ ਮੈਂ ਜਦੋਂ ਪੜ੍ਹ ਰਿਹਾ ਸੀ ਇੱਕ ਦਿਨ ਤੇ ਉਹ ਮੈਨੂੰ ਨਹੀਂ ਸੀ ਸਮਝ ਆ ਰਹੀ ਕਿ ਮੈਂ ਲਫ਼ਜ਼ ਜਿਹੜਾ ਨਾ ਹੁਣ ਨਹੀਂ ਬੋਲਿਆ ਜਾਂਦਾ ਹੁਣ ਭੈਂਸ ਇਸਤੇਮਾਲ ਹੁੰਦਾ ਨਾ ਨਾ ਇਹ ਉਹ ਮੈਂ ਜਿਹੜਾ ਪੰਜਾਬੀ ਅਸਲੀ ਨਹੀਂ ਅਸਲ ਵਿੱਚ ਇਲਾਕਿਆਂ ਤੇ ਹੈ ਕਈ ਜਗ੍ਹਾ ਤੇ ਮੱਝ ਕਹਿੰਦੇ ਨੇ ਕਈ ਜਗ੍ਹਾ ਤੇ ਮੈਂ ਕਹਿੰਦੇ ਨੇ ਹਰ ਇਲਾਕੇ ਦਾ ਸਾਈਡ ਤੇ ਮੈਂ ਕਹਿੰਦਾ ਹਾਂ ਮੈਂ ਕਹਿੰਦਾ ਨੇ, ਬਿਲਕੁਲ ਨਹੀਂ ਨਹੀਂ ਮੇਲ ਹੁੰਦੀ ਕਿ ਫੀਮੇਲ ਹੁੰਦੀ ਮੈਂ ਦਾ ਦੁੱਧ ਫੀਮੇਲ ਮੱਝ ਫੀਮੇਲ ਹੀ ਹੁੰਦੀ ਫੀਮੇਲ ਤੁਸੀਂ ਕਰੋਗੇ ਕਿ ਨਹੀਂ ਜੀ ਤੁਸੀਂ ਪੜੋ ਚਲੋ ਨਹੀਂ ਇਹਨਾਂ ਇਹ ਬਹੁਤ ਸੋਹਣੀ ਪੜ੍ਹਦੇ ਨੇ ਹੀਰ ਚਾ ਬਹੁਤਾ ਖੰਡ ਖੀਰ ਮੱਖਣ ਮੈਂ ਰਾਂਝੇ ਦੇ ਪਾਸ ਰਾਂਝੇ ਦੇ ਪਾਸ ਮੀਆਂ ਇਹ ਤੇ ਮੀਆਂ ਹੈ ਇਹ ਮੀਆਂ ਅੱਛਾ ਮੇਰੇ ਤੋਂ ਉਹਨਾਂ ਨੇ ਮੈਂ ਲਿਖਿਆ ਮੈਂ ਲਿਖਿਆ ਮੀਆਂ ਮੀਆਂ ਰਾਂਝੇ ਇਹ ਦੇ ਮੀਆਂ ਹੀ ਪਾਸ ਬਣੂਗਾ ਨਾ ਮੀਆਂ ਰਾਂਝਾ ਸਾਡੇ ਕੋਲ ਮੀਆਂ ਰਾਂਝੇ ਦੇ ਪਾਸ ਲੈ ਦਹਮਦੀ ਹੈ तेरे वास्ते जू में बाल थकी रो रो अपना हाल वंजाउंदी है ਵਖਾਂਦੀ ਵੰਜਾਉਂ ਨਹੀਂ ਵੰਜਾਉਂਦੀ ਹੈਗੀ ਵੰਜਾਉਂਦੀ ਹੈ ਗਾਣਾ ਹੁੰਦਾ ਜਾਂ ਸੁਣਾਉਣਾ ਹੁੰਦਾ ਕੀ ਹੁੰਦਾ ਇਹ ਮਾਮਲਾ ਹਾਲ ਤੁਸੀਂ ਹਾਲ ਸੁਣਾਉਣਾ ਵੀ ਹੋਣਾ ਵਿਖਾਣਾ ਵੀ ਹੁੰਦਾ ਸਕਦਾ ਹੈ ਹਾਂ नहीं मजावना ठीक है क्योंकि हाल खराब करना ना किसी वास्ते मतलब अपने महबूब वास्ते अपना हाल खराब करना उन्हें याद की तरह वो मजावना ही ठीक है पंजाबी ਵੰਜਾਉਂਦੇ क्या दो ढूंढदा खोज ਨੂੰ ਫਿਰੇ ਬਾਉਂਦਾ ਬਾਸ ਚੂਰੀ ਦੀ ਬੇਲਿਓਂ ਆਉਂਦੀ ਹੈ ਵਾਰਿਸ ਸ਼ਾਹ ਮੀਆਂ ਵੇਖੋ ਟੰਗ ਲੁੰਗੀ ਸ਼ੈਤਾਨ ਦੀ ਕਲਹ ਜਗਾਉਂਦੀ ਹੈ ਇਹ ਵੈਸੇ ਫਿਰ ਕਰੋ ਵਾਰਿਸ ਸ਼ਾਹ ਮੀਆਂ ਦੇਖੋ ਟੰਗ ਲੰਗੀ ਟੰਗ ਲੰਗੀ ਟੰਗ ਲੰਗੀ ਸ਼ੈਤਾਨ ਦੀ ਕਲਾ ਦੀ ਕਲਾ ਜਗਾਉਂਦੀ ਹੈ ਉਹਦਾ ਕਲਾ ਜਾਗ ਰਿਹਾ ਟੰਗ ਲੰਗੀ ਜਾਂ ਟੁੰਗ ਲੁੰਗੀ ਲੰਗੜਾ ਲੰਗੜਾ ਨਾ ਟੰਗ ਲੰਗੜਾ ਲੰਗੜਾ ਸ਼ੈਤਾਨ ਦੀ ਕਲਾ ਮਤਲਬ ਕਿ ਕਲਾ ਕੈਦੋ ਸਾਹਿਬ ਆ ਗਏ ਨਾ ਕੈਦੋ ਸਾਹਿਬ ਕਿਦੋਂ ਆ ਗਿਆ ਨਾ ਨਹੀਂ ਕਲਾ ਇਹਨੂੰ ਫਨਕਾਰੀ ਨਹੀਂ ਫਨਕਾਰ ਕਹਿੰਦੇ। ਕਹਿ ਰਹੇ ਨਾ ਇੱਥੇ ਉਹਦਾ ਫਨਕਾਰ ਇਹ ਉਹ ਨਹੀਂ ਸ਼ੈਤਾਨ ਦੀ ਕਲੇ ਕਲੇਸ਼ ਜਿਹੜਾ ਹੈ ਨਾ ਜਿਹੜਾ ਦੁੱਖ ਵਾਲੀ ਗੱਲ ਹੈ ਜੀ ਆਹ, ਅੱਛਾ, ਅੱਛਾ। ਸਿਆਪਾ ਪਾਉਣਾ ਹੈ ਸਿਆਪਾ ਪਾਣਾ ਫਸਾਦ ਪਾਣਾ ਜੀ ਸਿਆਪਾ ਸਹੀ ਲਫ਼ਜ਼ ਫਸਾਦ ਟੰਗ ਲੰਗੀ ਇਹ ਉਹ ਕਲਾ ਨਹੀਂ ਉਹ ਆਰਟ ਨਹੀਂ ਹੁੰਦੀ ਅੱਛਾ ਇੱਕ ਉਹ ਨਹੀਂ ਹੈਗਾ ਆਉਂਦੀ ਹੈ ਇਹ ਜਿਹੜਾ ਫਸਾਦ ਝਗੜਾ ਝਗੜਾ ਪਾਣਾ ਅੱਛਾ ਮਤਲਬ ਹੁਣ ਕਲਾ ਦੇ ਤਿੰਨ ਚਾਰ ਮਤਲਬ ਨੇ ਕੁੱਲਾ ਵੀ ਕਹਿ ਸਕਦੇ ਹੋ ਤੁਸੀਂ ਉਹ ਕਲਾ ਕਲਾ ਵੀ ਹੈ ਫਨਕਾਰੀ ਵੀ ਹੈ ਫਾਇਦਾਰੀ ਇੱਥੇ ਬਿਲਕੁਲ ਨਹੀਂ ਹੈ ਨਹੀਂ ਇੱਥੇ ਨਹੀਂ ਹੈ ਨਾ ਇੱਥੇ ਕਲਾ ਹੈ ਅੱਛਾ ਹਜੇ ਲੜਨਾ ਨਹੀਂ ਹਜੇ ਪੜ੍ਹ ਲਈਏ ਫਿਰ ਲੜਾਂਗੇ ਪੜ੍ਹ ਕੇ ਫਿਰ ਪੇਸ਼ ਕਰਾਂਗੇ ਲੜਨਾ ਪੈਂਦਾ 84 ਕੌਣ ਪੜੂਗਾ ਅੱਛਾ ਤੁਸੀਂ ਪੜੋਗੇ ਹੀਰ ਗਈ ਜਾਂ ਤੁਸੀਂ ਪੜ੍ਹਨੀ ਹੈ ਤੁਸੀਂ ਪੜ੍ਹ ਨਹੀਂ ਮੈਂ ਨਹੀਂ ਪੜ ਸਕਦਾ ਮੈਂ ਫੇਲ ਹੋ ਗਿਆ ਹੀਰ ਗਈ ਜਾਂ ਨਦੀ ਵੱਲ ਲੈਣ ਪਾਣੀ ਕੇਦੋਂ ਆਣ ਕੇ ਮੁਖ ਦਿਖਾਉਂਦਾ ਹੈ ਅਸੀਂ ਭੁੱਖ ਨਾ ਬਹੁਤ ਹੈਰਾਨ ਕੀਤੇ ਆਨ ਸਵਾਲ ਖੁਦਾ ਦਾ ਪਾਉਂਦਾ ਹੈ ਰਾਂਝੇ ਰੁਗ ਭਰ ਕੇ ਚੂਰੀ ਛਾ ਦਿੱਤੀ ਲੈ ਕੇ ਤੁਰਤ ਹੀ ਪਿੰਡ ਨੂੰ ਥਾਉਂਦਾ ਹੈ ਰਾਂਝਾ ਹੀਰ ਨੂੰ ਪੁੱਛਦਾ ਇਹ ਲੰਗਾ ਹੀਰੇ ਕੌਣ ਫਕੀਰ ਕਿਸ ਥਾਂ ਦਾ ਹੈ ਵਾਰਿਸ ਸ਼ਾਹ ਮੀਆਂ ਜਿਵੇਂ ਪੁੱਛ ਕੇ ਤੇ ਕੋਈ ਉਪਰੋਂ ਲੂਣ ਚਾਹ ਲਾਉਂਦਾ ਹੈ ਪਿੱਛ ਕੇ ਕੱਟਣਾ ਪੱਚ ਹੁੰਦਾ ਜਿਹੜਾ ਟੱਕ ਲਾਣਾ ਕੱਟ ਲਾਣੇ ਪੱਛ ਕੇ ਤੇ ਕੋਈ ਉਪਰੋਂ ਲੂਣ ਚਾਹ ਲਾਉਂਦਾ ਹੈ ਉਹ ਜ਼ਖਮ ਚਲੋ ਠੀਕ ਹੈ ਹੀਰ ਆਖਿਆ ਰਾਂਝਿਆ ਬੁਰਾ ਕੀਤੋਂ ਤਾਂ ਪੁੱਛਣਾ ਸੀ ਦੁਹਰਾਨ ਕੇ ਤੇ ਮੈਂ ਤਾਂ ਜਾਣਦਾ ਨਹੀਂ ਸਾਂ ਐ ਸੋਣਾ ਖੈਰ ਮੰਗਿਆ ਸੋ ਮੇਥੋਂ ਆਇ ਕੇ ਤੇ ਖੈਰ ਲੈਂਦੇ ਹੀ ਪਿਛਾਂ ਨੂੰ ਤਰਤ ਬਣਾ ਉੱਠ ਵਗਿਆ ਕਿਨ ਵਲਾਣੇ ਕੇ ਤੇ 85 ਇਹ ਤਾਂ 85 ਪੜ੍ਹੇ 86 ਪੜ੍ਹੇ ਜਾ ਰਹੇ
ਇਹ 85 ਅਲੱਗ ਹੈਗਾ। ਸਾਡੇ ਕੋਲ ਮੇਰਾ ਵੀ ਤੁਹਾਡਾ 85 ਹੈ ਕਿ ਨਹੀਂ ਨਹੀਂ ਸਾਡਾ 86 ਕਿਤਾਬ ਹੈ 86 85 ਪੜੋ ਫਿਰ ਤੁਸੀਂ 85 ਪੜੋ। ਸਾਡੇ ਕੋਲ ਜੋ ਹੈ ਜੀ ਠੀਕ ਹੈ 85 ਪੜ੍ਹ ਲਓ ਫਿਰ ਤੁਸੀਂ। ਠੀਕ ਹੈ ਵਰਨਾ ਫਿਰ ਉਹ ਸਾਰਾ ਅਸੀਂ 86 ਤੁਹਾਡੀ ਪੰਜਾਬ ਬਹੁਤ ਸੋਹਣੀ 86 ਹੈ ਪੜੋ ਪੜ੍ਹਨ ਦੀ ਪੜ੍ਹਨ ਦੀ ਅਬ 86 ਪੜਨਾ ਨਹੀਂ ਨਹੀਂ ਤੂੰ ਪੜ੍ਹ ਠੀਕ ਹੈ ਤੁਸੀਂ 86 ਪੜ੍ਹ ਨਹੀਂ ਲਓ। ਉਹ ਕੰਟੀਨਿਊਟੀ ਜਾਂਦੀ ਰਹੇਗੀ ਨਾ ਨਹੀਂ ਉਹ 86 ਤੇ ਆ ਜਾਣਗੇ ਨਾ ਕੋਈ ਫਰਕ ਜੀ ਜਾ ਦੇਖੋ। ਚਲੋ ਜੀ ਹੀਰ ਆਖਿਆ ਰਾਂਝਿਆ ਬੁਰਾ ਕੀਤੋਂ ਤਾਂ ਪੁੱਛਣਾ ਸੀ ਦੌਰਾਨ ਕੇ ਤੇ ਮੈਂ ਤਾਂ ਜਾਣਦਾ ਨਹੀਂ ਸਾਂ ਐ ਸੋਣਾ ਖੈਰ ਮੰਗਿਆ ਸੋਈ ਮੇਥੋਂ ਆਏ ਕੇ ਤੇ ਖੈਰ ਲੈਂਦੋ ਹੀ ਪਿਛਾਂ ਨੂੰ ਤਰਤ ਬਨ ਉੱਠ ਵਗਿਆ ਕਿਨ ਵਲਾਇਨ ਕੇ ਤੇ ਨੇੜੇ ਜਾਂਦਾ ਹੀ ਜਾਹਿਲ ਨੱਡੇ ਨਹੀਂ ਜਾ ਪੁੱਛ ਲੈ ਗੱਲ ਸਮਝਾਇਨ ਕੇ ਤੇ ਵਰਸ਼ਾ ਮੀਆਂ ਇਸ ਤੋਂ ਗੱਲ ਪੁੱਛੀ 2-3 ਅੱਡੀਆਂ ਇੱਕ ਵਿੱਚ ਲਾਈ ਕੇ ਤੇ ਪਹਿਲੇ 85 ਫਿਰ ਕਿਉਂ ਪੜ੍ਹ ਲੈਣੀ ਚਾਹੀਦੀ ਸੀ 85 ਕਰਨੇ ਨਾ। ਅਗਲੀ ਹੋ ਸਕਦਾ ਉਹਨਾਂ ਦੀ ਉੱਥੇ 86 ਉਹ ਜਿਹੜੀ 86 ਫਿਰ ਉਹ ਸਾਰਾ ਆਹ ਆਈ ਸੀ ਨਹੀਂ ਫਿਰ ਚਲੋ ਨਹੀਂ ਕਿਉਂਕਿ ਅਸੀਂ ਠੀਕ ਚੱਲ ਤੇ ਆਈ ਥਿੰਕ ਤੁਸੀਂ ਤੁਹਾਡਾ ਵੀ 85 ਅਗਲਾ ਕਿਹੜਾ ਬੰਦਾ ਨੇ ਉਹ 86 ਹੀਰ ਆਖਿਆ ਰਾਂਝਾ ਬੁਰਾ ਮਿਲੀ ਰਾਹ ਵਿੱਚ ਦੌੜ ਕੇ ਜਾ ਨੱਡੀ ਹਾਂ ਪਹਿਲੇ ਨਾਲ ਫਰੇਬ ਦੇ ਕੱਟਿਆ ਸੂ ਪੇਜ ਕੱਟ ਸਾਡੇ ਕੋਲ ਨੇੜੇ ਆਣ ਕੇ ਛੀਣੀ ਵਾਂਗ ਗੱਜੀ ਅੱਖੀ ਰੋਹ ਦਾ ਨੀਰ ਪਲਟਿਆ ਸੂ 86 ਸਿਰੋਂ ਲਾ ਟੋਪੀ ਗਲੋਂ ਫੇਰ ਤੋੜ ਸੇੜੀ ਲੋਕਾਂ ਚਾਹ ਕੇ ਜ਼ਮੀਨ ਤੇ ਸੱਟਿਆ ਸੂ ਪਕੜ ਜ਼ਮੀਨ ਤੇ ਮਾਰਿਆ ਨਾਲ ਹੁੱਸੇ ਧੋਬੀ ਪਟੜੇ ਦੇ ਖੇਸ ਜਿਉਂ ਛਟਿਆ ਸੂ ਵਾਰਿਸ ਸ਼ਾਹ ਫਰਿਸ਼ਤਿਆਂ ਅਸ਼ ਉਤੋਂ ਸ਼ੈਤਾਨ ਨੂੰ ਜ਼ਮੀਨ ਤੇ ਸੱਟਿਆ ਸੂ ਫਰਕ ਹੋਏਗਾ ਨਹੀਂ ਅੱਗੇ ਇੱਕ 86ਵਾਂ ਅਸੀਂ ਮਿਸ ਕਰ ਰਹੇ ਹਾਂ 85 ਮਿਸ ਹੈ ਨਾ। ਹਾਂ ਹੀਰ ਆਖਿਆ ਰਾਂਝਿਆ ਬੁਰਾ ਕੀਤੋਂ ਕਿ ਤੋ ਸਾਡਾ ਕੰਮ ਹੈ ਨਾ ਵੈਰੀਆਂ ਦੇ ਸਾਡੇ ਖੋਜ ਨੂੰ ਤੱਕ ਕੇ ਕਰੇ ਚੁਗਲੀ ਦੀ ਰਾਹ ਤੇ ਵਿੱਚ ਬੁਰਾਈਆਂ ਦੇ ਦਿਨੇ ਰਾਤ ਮਿਲੇ ਸਿਰਾਂ ਨੂੰ ਇਹ ਵਿਛੋੜ ਦਿੰਦਾ ਬੰਗ ਖੱਤ ਦਾ ਵਿੱਚ ਕੜਮਾਈਆਂ ਦੇ ਬਾਹਲ ਅਮੜੀ ਤੇ ਬਾਬਲ ਅਮੜੀ ਤੇ ਜਾ ਠੱਠ ਕਰਸੀ ਜਾਂ ਆਖਸੀ ਪਾਸ ਵਰਜਾਈਆਂ ਦੇ ਹਾਂ ਉਹ 85 ਮਿਸ ਹੋ ਗਿਆ ਸੀ ਨਾ। ਹਾਂਜੀ ਹੁਣ ਪੂਰਾ ਹੋ ਗਿਆ। ਹੁਣ 88 ਹੁਣ ਬਰਜਾਈਆਂ ਕਿਆ ਹੁੰਦਾ ਜੀ ਭਾਬੀ ਭਰਜਾਈਆਂ ਉਹ ਸਰਾਇਕੀ ਚ ਨਹੀਂ ਜਿਸ ਤਰ੍ਹਾਂ ਭਰਜਾਈ ਭਰਜਾਈ। ਬਰਜਾਈ ਹੁੰਦਾ ਪੰਜਾਬੀ ਜਿਵੇਂ ਉਰਦੂ ਚ ਵੀ ਹਾਂ ਲੇਕਿਨ ਉਹ 88 ਲਫ਼ਜ਼ ਥੋੜਾ ਠਾਗੀ ਜੀ ਭਰਜਾਈ ਪੜਨ ਵਾਲੇ ਘਰ ਹੀਰ ਢਾਈ ਕੇ ਆਖਿਆ ਮੀਆਂ ਚਾਚਾ ਚੂਰੀ ਦੇ ਜੇ ਜੀਵਿਆ ਲੋਰਨਾ ਹੈ ਜੀਵਿਆ ਜੇ ਜੀਵਿਆ ਲੋਰਨਾ ਹੈ ਨਹੀਂ ਮਾਰ ਕੇ ਹੱਸੀ ਤੇ ਜਿੰਦ ਗਵਾ ਦੇ ਸਾਂ ਮੈਨੂੰ ਕਿਸੇ ਨਾ ਹਟਕਣਾ ਹੋਰ ਨਾ ਹੈ ਬਨ ਪੈਰ ਤੇ ਹੱਥ ਲਟਕਾ ਦੇ ਸਾਂ ਹਾਂ ਲੜਕੀਆਂ ਨਾਲ ਕਹਿ ਜੋੜਨਾ ਹੈ ਚੂੜੀ ਇਹ ਖਾਲ ਨਾਲ ਹਯਾ ਆਪੇ ਚੂੜੀ ਇਹ ਖਾਨ ਨਾਲ ਹਯਾ ਆਪੇ ਕਾਏ ਅਸਾਂ ਦੇ ਨਾਲ ਅਜੋੜਨਾ ਹੈ ਚੂਰੀ ਦੇਖਾਂ ਨਾਲ ਦੇਖ ਅਜੂੜਨਾ ਅੱਛਾ ਇੱਥੇ ਅਜੂੜਨੇ ਲਿਖਿਆ ਚੂੜੀ ਇਹ ਖਾਂ ਚੂੜੀ ਇਹ ਖਾਂ ਨਾਲ ਦੇਖਾਂ ਚੂਰੀ ਦੇ ਨਾ ਮਤਲਬ ਇਹਦਾ ਮਤਲਬ ਇਹੀ ਹੈ ਚੂਰੀ ਦੇ ਇੱਥੇ ਲਫ਼ਜ਼ ਗਲਤ ਚੂਰੀ ਦੇਖਾਂ ਨਾਲ ਨਾਲ ਹਯਾ ਆਪੇ ਇੱਥੇ ਲਫ਼ਜ਼ ਇਹ ਲਿਖਿਆ ਇੱਥੇ ਇਹ ਲਿਖਿਆ ਲੇਕਿਨ ਦੇ ਠੀਕ ਲੱਗਦਾ ਹੈ ਦੇ ਹੀ ਠੀਕ ਹੈ ਹਾਂ ਹਾਂ ਅੱਧੀ ਡੁੱਲ ਪਈ ਅੱਧੀ ਖੋਹ ਲਈ ਚੰਨ ਮੇਲ ਕੇ ਪਰੇ ਵਿੱਚ ਲਿਆਂਦਾ ਈ ਕਿਆ ਮੰਨਦੇ ਨਹੀਂ ਸੋ ਮੂਲ ਮੇਰਾ ਚੂਰੀ ਪੱਲਿਓਂ ਖੋਲ ਵਿਖਾਉਂਦਾ ਈ ਨਹੀਂ ਚੂਚਕੇ ਨੂੰ ਕੋਈ ਮੱਤ ਦਿੰਦਾ ਨੱਡੀ ਮਾਰ ਕੇ ਨਹੀਂ ਸਮਝਾਉਂਦਾ ਈ ਚਾਕ ਨਾਲ ਅਕਲੜੀ ਜਾਏ ਬੇਲੇ ਅੱਜ ਕੱਲ ਕੋਈ ਲੀਕ ਲਾਉਂਦਾ ਈ ਜਿਸ ਵੇਲੜੇ ਮੇਰ ਨੇ ਚਾਕ ਰੱਖਿਆ ਉਸ ਵੇਲੜੇ ਨੂੰ ਪਿੱਛੋਂ ਤਾਂਦਾ ਈ ਚੂਚਕ ਆਖਿਆ ਕੁੜੀਆਂ ਕਰੇ ਗੱਲਾਂ ਹੀਰ ਖੇਡਦੀ ਨਾਲ ਸਹੇਲੀਆਂ ਦੇ ਪਿੰਗ ਪਾਈ ਕੇ ਸਈਆਂ ਦੇ ਨਾਲ ਜੁੱਟੇ ਤ੍ਰਿੰਜਨ ਜੋੜਦੀ ਵਿੱਚ ਹਵੇਲੀ 90 ਅਡੰਡੀ ਇੱਥੇ ਚੂਚਕ ਆ ਗਿਆ ਹੈ ਪਿੰਗਾ ਪਾਈ ਕੇ ਸਈਆਂ ਦੇ ਨਾਲ ਜੁੱਟੇ ਤ੍ਰਿੰਜਨ ਜੋੜਦੀ ਵਿੱਚ ਹਵੇਲੀਆਂ ਦੇ ਇਹ ਚੁਗਲ ਜਹਾਨ ਦਾ ਮਗਰ ਲੱਗਾ ਫਿਕਰ ਕਦੀ ਨਾਲ ਜਾਂਦੇ ਲਗਾਰੀਆਂ ਉਹ ਨਾਲ ਸਹੇਲੀਆਂ ਦੇ ਕਦੀ ਨਾਲ
ਮਦਾਰੀਆਂ ਭੰਗ ਘੋਟੇ ਕਦੀ ਜਾਂਚੇ ਨਾਲ ਚੇਲਿਆਂ ਦੇ ਜਾ ਨੱਚੇ ਨਾ ਨੱਚੇ ਨਾ ਕਦੇ ਜਾ ਨੱਚੇ ਨਾਲ ਚੇਲਿਆਂ ਦੇ ਨਹੀਂ ਚੂੜੇ ਦਾ ਪੁੱਤ ਹੋ ਸੈਯਦ ਘੋੜੇ ਹੁਣ ਨਹੀਂ ਪੁੱਤਰ ਲੇਲਿਆਂ ਦੇ ਵਾਰਿਸ ਸ਼ਾਹ ਫਕੀਰ ਵੀ ਨਹੀਂ ਹੁੰਦੇ ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਵਾਹ ਵਾਹ ਵਾਰਿਸ਼ਾ ਫਕੀਰ ਵੀ ਨਹੀਂ ਵਾਰਿਸ ਸ਼ਾਹ ਫਕੀਰ ਵੀ ਨਹੀਂ ਬੇਟੇ ਜੱਟਾਂ ਦੇ ਮੋਚਿਆਂ ਜੱਟਾਂ ਦੇ ਤੇ ਮੋਚੀਆਂ ਤੇਲੀਆਂ ਕਰਨ ਚੁਗਲੀ ਮੇਰੀ ਮਲਕੀਏ ਦਿਓ ਖਰਾਬ ਹੈ ਨੀ 80 ਮਾਸੀਆਂ ਪੁੱਫੀਆਂ ਲੱਜ ਮੋਈਆਂ ਸਾਡਾ ਅੰਦਰੋਂ ਜਿਉ ਕਬਾਬ ਹੈ ਨੀ ਸ਼ਮਸਦੀਨ ਕਾਜ਼ੀ ਨਿਤ ਕਰੇ ਮਸਲੇ ਸ਼ੌਖ ਦਿਓ ਦਾ ਵਿਆਹ ਸਵਾਬ ਹੈ ਨੀ ਚਾਕ ਨਾਲ ਕਲੀਆਂ ਜਾਣਤੀਆਂ ਹੋਇਆ ਮਾਪਿਆਂ ਦੁਰੋਂ ਜਵਾਬ ਹੈ ਨੀ ਤੇਰੀ ਦਿਓ ਦਾ ਮਗਜ਼ ਹੈ ਬੇਗਮਾਂ ਦਾ ਵੇਖੋ ਚਾਕ ਜਿਉ ਫਿਰੇ ਨਵਾਬ ਹੈ ਨੀ ਵਾਰਿਸ ਸ਼ਾਹ ਮੂੰਹ ਅੰਗਲਾ ਲੋਕ ਗਤਨ ਦਿਓ ਮਲਕੀ ਦੀ ਪੁੱਛ ਖਰਾਬ ਹੈ ਨੀ ਆ ਜਾ ਅੱਗੇ ਆਖਰੀ ਇਹਨਾਂ ਕੋ ਪੜਵਾ ਆ ਜਾ ਤੂੰ ਪੜ ਲਾ ਹੁਣ ਹਾਂ ਤੂੰ ਆ ਗਿਆ ਤੇ ਪੜ ਹੀ ਲੈ ਹੁਣ 92 92 ਹੁਣ ਆ ਗਿਆ ਤੇ ਤੇਰਾ ਟਾਈਮ ਆ ਅੱਗੇ ਗਿਆ ਆ ਜਾ ਥੋੜੀ ਜਿਹੀ ਕਹਿ ਦੋ ਆਖਦਾ ਦੀ ਦੋ ਵਿਆਹ ਮਿਲਕੀ ਨਹੀਂ ਉਹ ਕੀ ਹੋ ਦਿਓ ਹੈ ਨਹੀਂ 91 ਹੋ ਨਹੀਂ ਗਿਆ 92 ਹੋ ਗਿਆ 92 ਨਹੀਂ ਠੀਕ ਹੈ ਇਹ ਕੀ ਤੁਸੀਂ ਮੈਨੂੰ ਪੜ੍ਹਨੇ ਪਾਤਾ ਯਾਰ ਆਂਦੇ ਸਾਰੀ ਇਹ ਤਾਂ ਟੈਸਟ ਲੈ ਰਹੇ ਆ ਉਹਨੇ ਇਹ ਤਾਂ ਪੁੱਛ ਸਕਦੇ ਮੈਂ ਤੇ ਫੇਲ ਹੋ ਗਿਆ ਕਹਿ ਦੋ ਆਖਦਾ ਦਿਓ ਵਿਆਹ ਮਿਲਕੀ ਧਰੋ ਹੀ ਰੱਬ ਦੀ ਮਨ ਲੈ ਢਾਨੇ ਨਹੀਂ ਡਾਇਨੇ ਨਹੀਂ ਡਾਇਣੇ ਨੇ ਇੱਕੇ ਮਾਰ ਕੇ ਵੱਢ ਕੇ ਕਰਸ ਬੇਰੇ ਮੂੰਹ ਸਰਬਨ ਜੋ ਸਾੜ ਸਾਨੀਏ ਨੀ ਸਾਈਨੇ ਨਹੀਂ ਸਾਈਨੇ ਹੋਏਗਾ ਨਾ ਓਕੇ ਜਵਾ ਸਾਈਨੇ ਨਹੀਂ ਸਾਈ ਲਫ਼ਜ਼ ਤੇ ਨਹੀਂ ਕਿਤੇ ਇਹ ਉਹ ਰਾਈਮਿੰਗ ਹੀ ਚੱਲਦੀ ਹੈ ਨਾ ਸਾਈਨੇ ਸਾਈਨੇ ਇਸ ਤਰ੍ਹਾਂ ਹੀ ਚੱਲਦਾ ਹੈ। ਇਹ ਨਹੀਂ ਕਿ ਕੀ ਹੈਗਾ ਰਿਦਮ ਹੀ ਚੱਲਦੀ ਹੈ ਨਾ ਕਹਿ ਦੋ ਆਖਦਾ ਦਿਓ ਵਿਆਹ ਮਿਲਕੀ ਤਰੋਹੀ ਰੱਬ ਦੀ ਮੰਨ ਲਈਏ ਢਾਈਨੇ ਨੀ ਇੱਕੇ ਮਾਰ ਕੇ ਵੱਢ ਕੇ ਕਰਸ ਬੇਰੇ ਨੂੰ ਸਰ ਭਨ ਜੋ ਸਾਈਨੇ ਨੀ ਵੇਖ ਦਿਓ ਦੇ ਲਾਡ ਕੀ ਦੰਦ ਕੱਢੇ ਵੇਖ ਦਿਓ ਦੇ ਲਾਡ ਕੀ ਦੰਦ ਕੱਢੇ ਬਹੁਤ ਜ਼ੋਰ ਸੇ ਰੰਨੇ ਕਸਾਈਨੇ ਨੀ ਠੀਕ ਹੈ ਨਾ ਜੀ ਇੱਕੇ ਬਨ ਕੇ ਭੋਰੇ ਚਾਹ ਘਤੋ ਲੰਬ ਵਾਂਗ ਭੜੋਲੇ ਦੇ ਆਇਨੇ ਨੀ ਚੋ ਇਹ ਦੇ ਦੋ 93 ਬਸ ਮੇਰੇ ਕੋਲ 93 ਤੇਰੇ ਕੋਲ 93 ਤੱਕ ਹੀ ਹੈਗਾ ਨਹੀਂ 92 ਤੱਕ 93 ਪੂਰਾ ਨਹੀਂ ਚਲੋ ਇੱਕ ਹੀ ਹੈ ਕਿ ਤਿੰਨ ਲਾਈਨਾਂ ਤਿੰਨ ਆਈਨਾ ਚਲ ਪੜ ਲਾ ਤੂੰ ਪੜ ਗੁੱਸੇ ਨਾਲ ਮਲਕੀ ਥੱਪ ਲਾਲ ਹੋਈ ਹਾਂਜੀ ਛੱਬ ਦੌਰ ਤੂੰ ਮਿੱਠੀਏ ਨਾਇਨੇ ਨੀ ਸੱਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ ਤੈਨੂੰ ਮਾਉਸ ਦਿੰਦੀ ਹੈ ਡਾਇਨੇ ਨੀ ਨੀ ਖੁਰ ਦੁੰਬੀਏ ਮੋਇਨੀਏ ਪਾੜੀਏ ਨੀ ਮੁਸ਼ਟੰਡੀਏ ਬਾਹਰ ਦੀਏ ਵਾਈਨੇ ਨੀ ਯਾਰ ਦੀ ਬਾਹਰ ਦੀ ਵੀ ਠੀਕ ਬਾਹਰ ਦੀਏ ਜਾਂ ਯਾਰ ਦੀਏ ਵਾਈਨੇ ਨੀ ਵਾਰਿਸ ਸ਼ਾਹ ਵਾਂਗੂ ਕਿੱਥੇ ਡੁੱਬ ਮੋਈ ਘਰ ਆ ਸਿਆਪੇ ਦੀਏ ਨਾਈਨੇ ਨੀ ਨਾਲ ਮਲਕੀ ਥੱਪ ਲਾਲ ਹੋਈ ਛੱਪ ਦੋ ਤੂੰ ਮਿੱਠੀ ਤਪ ਹਾਂ ਗੁੱਸੇ ਨਾਲ ਮਲਕੀ ਥੱਪ ਲਾਲ ਹੋਈ ਤਪਣਾ ਨਹੀਂ ਹੁੰਦਾ ਤਪ ਲਾਲ ਹੋਈ ਛੱਬ ਦੌਰ ਤੂੰ ਮਿੱਠੀਏ ਨਾਇਨੇ ਨੀ ਸੱਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ ਤੈਨੂੰ ਮਾਉਸ ਦਿੰਦੀ ਹੈ ਡਾਇਨੇ ਨੀ ਖੁਰਦੁੰਬੀਏ ਮੋਇਨੀਏ ਪਾੜੀਏ ਨੀ ਮੁਸ਼ਟੰਡੀਏ ਬਾਹਰ ਦੀਏ ਵਾਈਨੇ ਨੀ ਖੁਰਦੁੰਬੀਏ ਜਿਹਦੀ ਦੁੰਬ ਖੁੜੀ ਹੋਵੇ ਹਾਏ 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 ਬੜੀ ਰੋਣੇ ਕੋਈ ਅੱਜ ਵੈਸੇ ਹੀਰੋ ਕਹਿ ਦੋ ਜੇ ਮਲਕੀ ਦਾ ਗੁੱਸਾ ਹੋ ਗਿਆ ਵਾਰਿਸ ਸ਼ਾਹ ਵਾਂਗੂ ਕਿਤੇ ਡੁੱਬ ਮੋਏ ਘਰ ਆ ਸਿਆਪੇ ਦੀਏ ਨਾਇਨੇ ਨੀ ਪੜ੍ਹ ਲਈਏ ਥੋੜਾ ਜਿਹਾ ਹੋਰ ਤੇ ਫਿਰ ਬਸ ਬਹੁਤ ਹੋ ਗਿਆ ਚਲੋ
फिर पढ़िए ਹੁਣ ਕੋਈ ਸਮਝੀਏ ਤਾਂ ਸਹੀ ਕਿ हाँ मैं कह रहा सी फिर पढ़िए ते कुछ समझने की कोशिश करिए ए हुन ਜਿਹੜੇ ਮਹਿਮਾਨ ਆਏ ਹੋਏ ਨੇ ਉਹਨਾਂ ਕੋਲੋਂ ਕੁਝ ਸਮਝੀਏ ਨਾ ਇਹ ਮਹਿਮਾਨ ਚੰਦਰ ਤਾਂ ਤੁਸੀਂ ਹਾਂਜੀ ਹਾਂ ਜਿਹੜੇ ਮਹਿਮਾਨ ਹਾਂ ਮੈਂ ਤੁਹਾਡੇ ਕੋਲ ਸਮਝਣਾ ਹੈ ਕਿ ਕੋਈ ਗੱਲ ਇੱਕ ਦੂਜੇ ਨੂੰ ਸਮਝਣਾ ਚਲੋ ਫਿਰ ਗੱਲ ਤੋਰੋ ਫਿਰ ਸ਼ੁਰੂ ਨਹੀਂ ਫਿਰ ਸ਼ੁਰੂ ਕਰੀਏ ਤੇ ਕੁਝ ਲਫ਼ਜ਼ ਸ਼ਰਕ ਸਮਝ ਹੁਣ ਵਾਪਸ 74 ਤੋਂ ਸ਼ੁਰੂ ਕਰ ਹਾਂ 74 ਤੋਂ ਸ਼ੁਰੂ ਕਰਕੇ ਯਾਨੀ ਜਿਹੜੇ ਲਫ਼ਜ਼ ਨਹੀਂ ਸਮਝ ਆਉਂਦੇ ਜਾਂ ਕੁਝ ਇਸ ਤਰ੍ਹਾਂ ਜਿਹੜੇ ਪੜ੍ਹਨ ਵਾਲੇ ਚੰਗੇ ਪੜ੍ਹਨ ਵਾਲੇ ਹੈਗੇ ਨੇ ਵਸੀਮ ਸਾਹਿਬ ਤੇ ਤੁਸੀਂ ਤੇ ਰਸ਼ੀਦ ਸਾਹਿਬ ਬਹੁਤ ਸੋਹਣਾ ਪੜ੍ਹਦੇ ਤੁਸੀਂ ਇੱਥੇ ਤੁਸੀਂ ਸ਼ੁਰੂ ਸਾਹਿਬ ਜਾਂ ਤੁਸੀਂ ਤੁਹਾਡਾ ਮੈਨੂੰ ਨਾਂ ਨਹੀਂ ਪਤਾ ਤੁਸੀਂ ਬਹੁਤ ਠੀਕ ਠਾਕ ਪੜ੍ਹਿਆ ਸ਼ਮ ਸਾਹਿਬ ਤੋਂ ਸ਼ੁਰੂ ਕਰੋ ਅੱਛਾ ਪੜ੍ਹਦੇ ਅੱਛਾ ਚਲੋ ਜੀ ਇਹ ਮੈਂ ਗੱਲ ਕਰਨਾ ਕਿਹੜੇ ਚੌਧਰੀ ਦਾ ਪੁੱਤ ਕੌਣ ਜ਼ਾਤੂ ਕਿਆ ਅਕਲ ਸ਼ਊਰ ਦਾ ਕੋਟ ਹੈ ਨੀ ਕੇਕੂ ਰਿਜ਼ਕ ਨੇ ਆਨ ਉਦਾਸ ਕੀਤਾ ਇਸ ਨੂੰ ਕੇਕੂ ਰਿਜ਼ਕ ਨੇ ਆਨ ਉਦਾਸ ਕੀਤਾ ਇਸ ਨੂੰ ਕਿਹੜੇ ਪੀਰ ਦੀ ਓਟ ਹੈ ਨੀ ਫੌਜਦਾਰ ਵਾਂਗੂ ਕਰ ਕੂਚ ਧਾਨਾ ਮਾਰ ਜਿਉ ਨਕਾਰੇ ਦੀ ਚੋਟ ਹੈ ਨੀ ਕਿਨਾਂ ਜੱਟਾਂ ਦਾ ਪੋਤਰਾ ਕੌਣ ਵਤਨ ਐਸਦਾ ਕਿਹੜਾ ਕੋਟ ਹੈ ਨੀ ਸਾਡਾ ਥੋੜਾ ਮੇਰਾ ਥੋੜਾ ਜਿਹਾ ਫਰਕ ਹੈਗਾ ਅਮਨ ਜੀ ਤੁਹਾਡਾ ਥੋੜਾ ਜਿਹਾ ਫਰਕ ਹੈਗਾ ਹਾਂ ਹੈ ਤੁਸੀਂ ਆਪਣਾ ਸੁਣਾ ਦਿਓ ਕਿਹੜੇ ਚੌਧਰੀ ਦਾ ਪੁੱਤ ਕੌਣ ਜ਼ਾਤੂ ਕਿਹਾ ਅਕਲ ਸ਼ਹੂਰ ਦਾ ਕੋਟ ਹੈ ਨਹੀਂ ਕੀਕੂ ਰਿਜ਼ਕ ਨੇ ਆਣ ਉਦਾਸ ਕੀਤਾ ਕਿਹੜੇ ਪੀਰ ਦੀ ਇਸ ਨੂੰ ਓਟ ਹੈ ਨਹੀਂ ਇਸ ਨੂੰ ਕਿਹੜੇ ਪੀਰ ਦੀ ਉਹਨੇ ਉਲਟਾ ਕੀਤਾ ਓਟ ਹਾਂ ਓਟ ਫੌਜਦਾਰ ਵਾਂਗੂ ਕਰ ਕੂਚ ਧਾਣਾ ਜਿਵੇਂ ਮਾਰ ਨਗਾਰੇ ਦੀ ਚੋਟ ਹੈ ਨਹੀਂ ਇਹਨਾਂ ਜੱਟਾਂ ਦਾ ਪੁੱਤ ਹੈ ਕੌਣ ਕੋਈ ਕਿਹੜੀ ਗੱਲ ਦੀ ਇਸ ਨੂੰ ਤੋਟ ਹੈ ਠੀਕ ਸਾਡਾ ਤਰੋਟ ਹਾਂ ਬਿਲਕੁਲ ਤੇ ਸਾਰਾ ਠੀਕ ਹੈ ਸਮਝ ਚੋਟ ਹੈ ਨੀ ਹਾਂ ਉਹ ਡਿਫਰੈਂਟ ਹੈ ਲਲਿਤ ਤੈਨੂੰ ਸਮਝ ਆ ਗਈ ਸਾਰੀ ਬਿਲਕੁਲ ਸਮਝ ਆ ਗਈ ਬਸ ਫਿਰ ਸਮਝਾ ਦੇ ਕੋਟ ਕਿਨੂੰ ਪਿੰਡ ਨੂੰ ਕਹਿੰਦੇ ਨੇ ਆ ਕੋਟ ਮਤਲਬ ਇਲਾਕੇ ਨੂੰ ਪਿੰਡ ਨੂੰ ਜਿਸ ਕਿਹੜੇ ਤਰ੍ਹਾਂ ਪਿੰਡ ਦਾ ਹੈਗਾ ਉਹਨੂੰ ਪੁੱਛ ਰਿਹਾ ਕਿ ਕਿਹਨੂੰ ਰਾਧਾ ਕ੍ਰਿਸ਼ਨ ਮੱਲੇ ਨੂੰ ਕਹਿੰਦੇ ਇਹ ਮੈਨੂੰ ਨਹੀਂ ਸਮਝ ਆਈ ਕਿ ਫੌਜਦਾਰ ਵਾਂਗੂ ਇਹਦਾ ਲਾਈਨ ਦਾ ਕੀ ਹੈਗਾ ਮੈਨੂੰ ਥੋੜਾ ਜਿਹਾ ਮਤਲਬ ਇੱਥੇ ਇਸਤੇਮਾਲ ਤੇ ਇਸ ਤਰ੍ਹਾਂ ਹੀ ਹੋਇਆ ਹੈ ਨਾ ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਕਿਸੇ ਇਲਾਕੇ ਦਾ ਮਤਲਬ ਹੈ ਜਿਵੇਂ ਲੋਕੀ ਕਹਿੰਦੇ ਨੇ ਸਿਆਲਕੋਟ ਪਠਾਨਕੋਟ ਵਗੈਰਾ ਵਗੈਰਾ ਕਈ ਪਿੰਡਾਂ ਦੇ ਨਾਂ ਨੇ ਬਿਲਕੁਲ ਇਸ ਤਰ੍ਹਾਂ ਹੀ ਹਾਂ ਸਿਆਲਕੋਟ ਠੀਕ ਤੇ ਇਹ ਫੌਜਦਾਰ ਵਾਂਗੂ ਫੌਜਾਂ ਵਕਰ ਇੱਕੋਦਮ ਜਿਹੜਾ ਸਡਨਲੀ ਆਉਂਦੇ ਹੋ ਤੁਸੀਂ ਇੱਥੇ ਕੂਚ ਕਰਦੇ ਨੇ। ਕੂਚ ਕਰਕੇ ਔਰ ਐਵੇਂ ਜਿਹੜਾ ਖੋਜਾਨਾ ਮਾਰ ਨਕਾਰੇ ਦੀ ਚੋਟ ਜਿਸ ਲਈ ਹੁੰਦੀ ਤੇ ਫੌਜ ਕੂਚ ਕਰਦੀ ਹਾਂ ਜਦੋਂ ਉਹ ਨਗਾਰੇ ਨੂੰ ਜਦੋਂ ਵਜਾਉਂਦੇ ਨੇ ਤੇ ਫੌਜ ਇੱਕਦਮ ਨਿਕਲਦੀ ਹੈ ਇੱਕੋਦਮ ਸਡਨਲੀ ਕਿੱਥੋਂ ਆ ਜ਼ਾਹਿਰ ਹੋਇਆ ਹਾਂ ਤੂੰ ਕਿਵੇਂ ਆ ਗਿਆ ਜਿਵੇਂ ਨਗਾਰਾ ਵੱਜ ਗਿਆ ਤੇ ਫੌਜ ਹਾਂ ਤੈਨੂੰ ਵੈਰੀ ਨਾਈਸ ਠੀਕ ਹੈ ਕਿਹਨਾਂ ਜੱਟਾਂ ਦਾ ਪੁੱਤਰ ਕੌਣ ਕੋਈ ਠੀਕ ਹੈ ਬਾਕੀ ਸਾਰਿਆਂ ਨੂੰ ਠੀਕ ਹੈ ਮਤਲਬ ਉਸ ਵੇਲੇ ਤੇ ਹਰ ਚੀਜ਼ ਨੂੰ ਜ਼ਾਤ ਪਾਤ ਦੇ ਹਵਾਲੇ ਨਾਲ ਹੀ ਦੇਖਦੇ ਸੀ ਇਹ ਗੱਲ ਉਸ ਨਹੀਂ ਮੈਂ ਇਹੀ ਕਹਿਣ ਲੱਗਾ ਸੀ 4-5 ਸਦੀਆਂ ਹੋ ਗਈਆਂ ਕੋਈ ਫਰਕ ਤਾਂ ਨਹੀਂ ਪਿਆ ਯੋਗ ਕਰਦੇ ਨੇ ਇਹੀ ਪੁੱਛਦੇ ਨੇ ਕਿਹੜੇ ਵਾਲਾ ਇਹ ਮਤਲਬ ਇਹ ਹਕੀਕਤ ਹੈ ਇਸਲਾਮ ਵਿੱਚ ਸਿੱਖੀ ਚ ਵੀ ਜ਼ਾਤ ਪਾਤ ਉਸੇ ਤਰ੍ਹਾਂ ਹੀ ਕਾਇਮ ਹੈ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਤੇ 4-5 ਸਦੀਆਂ ਚ ਵੀ ਫਰਕ ਨਹੀਂ ਪਿਆ ਕੁੱਤੇ ਦੀ ਦੋ ਮਾਲੇ ਵੀ ਉਸ ਤਰ੍ਹਾਂ ਦੀ ਕੀ ਬਾਤ ਵਾਹ ਬਹੁਤ ਖੂਬ ਮਤਲਬ ਅੱਜ ਵੀ ਅਸੀਂ ਦੇਖ ਲਈਏ ਮਸਜਿਦ ਰਾਜਿਆਂ ਦੀ ਮਸਜਿਦ ਚੌਧਰੀਆਂ ਦੀ ਮਸਜਿਦ ਛੋਟੀ ਮਸਜਿਦ ਤੇ ਨਿੱਕੀ ਮਸਜਿਦ ਨਹੀਂ ਜ਼ਾਤਾਂ ਦੇ ਐਸੇ ਤਰ੍ਹਾਂ ਜਿਹੜਾ ਬੰਗਾਲੀਆਂ ਗੁਰਦੁਆਰਾ ਜੀ ਗੁਰਦੁਆਰੇ 4-5 ਨੇ ਬੜਨੇ ਉਹ ਮੁxtਲਫ ਲੋਕਾਂ ਦੇ ਨਾਲ ਜਿਹੜੇ ਨਾਵਾਂ ਦੇ ਨਾਲ ਜ਼ਾਤਾਂ ਦੇ ਹਵਾਲੇ ਨਾਲ ਜਿਹੜੇ ਗੁਰਦੁਆਰੇ ਸੋ ਇਨ ਥਿਊਰੀ ਚ ਤਾਂ ਹੈ ਕਿਤਾਬਾਂ 'ਚ ਲਿਖਿਆ ਵੀ ਜ਼ਾਤ ਪਾਤ ਨਹੀਂ ਹੋਣੀ ਚਾਹੀਦੀ ਹਕੀਕਤ ਚ ਪ੍ਰੈਕਟਿਸ ਹੈ ਰਾਮਗੜੀਆਂ ਦਾ ਉਸੇ ਤਰ੍ਹਾਂ ਹੀ ਹੈ ਉਸੇ ਸ਼ਾਨਵਾਨ ਦੇ ਨਾਲ ਕਾਇਮ ਤੇ ਨਾਲੇ ਜਦੋਂ ਬੰਦਾ ਪੁੱਛਦਾ ਆਪਸ ਵਿੱਚ ਤੁਸੀਂ ਪੁੱਛੋ ਕੌਣ ਹੈਗੇ ਹੋ ਕੌਣ ਹੈ ਦਾ ਕੀ ਮਤਲਬ ਹੁੰਦਾ ਹੈ ਕਿ ਕੌਣ ਹੈਗੇ ਹੋ ਇਹ ਹੁੰਦਾ ਹੈ ਨਾ ਇਹ ਹੁੰਦਾ ਮੈਂ ਆਪਣਾ ਜ਼ਾਤੀ ਵਾਕਿਆ ਮਤਲਬ ਸਟੋਕ ਵਿੱਚ ਮੈਂ ਸਕੂਲ ਚ ਕਰ ਰਿਹਾ ਸੀ ਪ੍ਰੋਜੈਕਟ ਤੇ ਮੈਨੂੰ ਬੱਚੇ ਪੁੱਛਦੇ ਜੀ ਤੁਸੀਂ ਕੌਣ ਹੁੰਦੇ ਹੋ ਮੈਂ ਕਿਹਾ ਮੇਰਾ ਨਾਮ ਹੈ ਮੈਂ ਵਿਕਾਸ ਭੱਟ ਕੌਣ ਹੁੰਦੇ ਹੋ ਜੀ ਮੈਂ ਕਿਹਾ ਜੀ ਕੌਣ ਤੋਂ ਮਤਲਬ ਜ਼ਾਤ ਕੀ ਹੈ ਮੈਂ ਕਿਹਾ ਮੇਰੇ ਨਾਂ ਨਾਲ ਤੁਸੀਂ ਜੱਟ ਹੋ ਜਾਂ ਰਾਜੇ ਹੋ ਉਹਨਾਂ ਨੂੰ ਪਤਾ ਸਿਰਫ ਜ਼ਾਤੀ ਤੋਂ ਜ਼ਾਤਾਂ ਨੇ ਉਹ ਬੱਟਾ ਨੂੰ ਜ਼ਾਤ ਤੋਬਾ ਫੇਲ ਹੋ ਗਏ ਨਹੀਂ ਰਾਜੇ ਰਾਜਪੂਤਾਂ ਨੂੰ ਵੀ ਕਿਹਾ ਜਾਂਦਾ ਪੰਜਾਬ ਵਾਲੀ ਸਾਈਡ ਤੇ ਨਾਈਆਂ ਨੂੰ ਵੀ ਕਿਹਾ ਜਾਂਦਾ ਕਈ ਜਗ੍ਹਾ ਨਾ ਨਾਈਆਂ ਨੂੰ ਕਹਿੰਦੇ ਰਾਜਾ ਹਾਂ ਪੰਜਾਬ ਵਾਲੀ ਸਾਈਡ ਤੇ ਕੁਝ ਪੰਜਾਬ ਵਿੱਚ ਮੋਸਟਲੀ ਰਾਜੇ ਨਾਈਆਂ ਨੂੰ ਕਹਿੰਦੇ
ਕਸ਼ਮੀਰੀ ਰਾਜਿਆਂ ਨੂੰ ਨਾ ਦੱਸੋ ਜਿਹਨਾਂ ਨੇ ਨਾਂ ਬਣਾਇਆ ਉਹਨਾਂ ਦਾ। ਸ਼ਹਿਰਾਂ ਵਿੱਚ ਕੋਈ ਫਰਕ ਨਹੀਂ ਪੈਂਦਾ ਪਿਆ ਕਿ ਜਾਤ ਪਾਤ ਖਤਮ ਹੋ ਰਹੀ ਹੈ? ਉੱਥੇ ਵੀ ਲੁਕਾਉਂਦੇ ਨੇ ਲੋਕ, ਉੱਥੇ ਬਦਲ ਲੈਂਦੇ ਨੇ ਆਪਣੇ ਨਾਂ, ਬਦਲ ਲੈਂਦੇ ਆਪਣਾ ਸ਼ਹਿਰਾਂ ਦੇ ਆਪਣੇ ਗੋਤ ਬਦਲ ਲੈਂਦੇ ਆ। ਬਲਕਿ ਪੰਜਾਬੀ ਦਾ ਮੁਹਾਵਰਾ ਹੈ ਕਿ ਪਿਛਲੇ ਸਾਲ ਮੈਂ ਮਰਾਸੀ ਸਾਂ, ਮੇਰਾ ਸੀਜ਼ਨ ਚੇਂਜ ਲੱਗਾ ਤੇ ਮੈਂ ਸ਼ੇਖ ਹੋ ਗਿਆ, ਤੇ ਅਗਲੀ ਵਾਰੀ ਜੇ ਸਹੀ ਲੱਗਾ ਤੇ ਸੈਯਦ ਹੋ ਜਾਵਾਂਗਾ। ਇਸ ਤਰੀਕੇ ਨਾਲ ਹੀ ਖਤਮ ਹੋਣੀ ਹੈ ਨਾ ਵੈਸੇ। ਤੇ ਪ੍ਰਮੋਸ਼ਨ ਹੁੰਦੀ ਹੈ ਮੇਰੇ ਖਿਆਲ। ਇਸ ਤਰੀਕੇ ਦੇ ਨਾਲ ਜਦੋਂ ਸਾਰੇ ਮਿਕਸ ਹੋ ਜਾਣਗੇ, ਕਿਉਂਕਿ ਸਾਰੇ ਨਾਈ ਤੇ ਸਾਰੇ ਜੱਟ ਹੋ ਜਾਣਗੇ, ਤੇ ਫਿਰ ਹੀ ਖਤਮ ਹੋਣਗੇ। ਮੈਨੂੰ ਲੱਗਦਾ ਵਹਿਮ ਜਿਹਾ ਹੀ ਆ, ਲੋਕੀ ਜਦੋਂ ਜਾਂਦੇ ਆ ਨਾ ਫਿਰ ਪਿੱਛੇ ਤੱਕ ਜਾਂਦੇ ਨੇ, ਵੀ ਲੱਭਦੇ ਹੀ ਨੇ। ਹਾਂ, ਖਾਸ ਕਰ ਜਦੋਂ ਕੁੜੀ ਦੇਣੀ ਹੋਵੇ, ਕੁੜੀ ਦੇ ਰਿਸ਼ਤਾ। ਸਹੀ ਗੱਲ, ਵਿਆਹ ਦਾ ਜਦੋਂ ਲੇਕਿਨ ਇਹ ਹੈ ਕਿ ਇਹ ਚੌਧਰੀ ਜਿਹੜਾ ਹੈ ਇਹਦਾ ਵੀਰ ਦਾ ਪਿਓ ਮੰਜੀ ਦਾ ਨੌਕਰ ਰੱਖਣ ਵਾਸਤੇ ਵੀ ਪੂਰਾ ਉਹਦਾ ਇੰਟਰਵਿਊ ਕਰ ਰਿਹਾ ਹਾਂ, ਇੰਟਰਵਿਊ ਵੀ ਹੋ ਰਿਹਾ ਬੇਸਿਕਲੀ। ਬਲਕਿ ਦੋ ਗੱਲਾਂ ਉਸ ਵੇਲੇ ਤੇ ਇਹ ਵੀ ਸੀ ਕਿ ਕੋਈ ਜਾਨਵਰ ਵੀ ਖਰੀਦਣਾ ਹੁੰਦਾ ਸੀ ਤੇ ਦੇਖਦੇ ਸੀ ਕਿ ਪਿੱਛੇ ਹਾਂ, ਜਾਨਵਰ ਜਿਹੜਾ ਹੈ ਨਾ ਸਪੈਸ਼ਲੀ ਮੱਝਾਂ ਮੁੱਝਾਂ ਉਹਦਾ ਕੀ ਜ਼ਾਤ ਹੈ ਕਿ ਇਹ ਜਾਨਵਰ ਹੁਣ ਵੀ ਹੈ ਨਾ, ਕੁੱਤਾ ਵੀ ਕਿਸੇ ਨੇ ਲੈਣਾ ਹੁੰਦਾ ਹੈ। ਨਸਲ ਦੀ ਪੁੱਛਦੇ ਹੋ ਨਾ, ਪ੍ਰੀਵੀਅਸ ਓਨਰ ਕੌਣ ਹੈ, ਨਸਲ ਦੇ ਪੁੱਛਣਾ ਇਹ ਓਨਰ ਦੀ ਗੱਲ ਨਹੀਂ ਹੈਗੀ, ਇਹ ਨਸਲ ਹੋਰ ਗੱਲ ਹੈ ਨਾ। ਇਹ ਚੀਜ਼ ਜ਼ਾਤ ਪਾਤ ਹੈ ਨਾ, ਮੇਰੇ ਖਿਆਲ ਪਹਿਚਾਨ ਵਾਸਤੇ ਬਣਾਈ ਗਈ ਹੈ ਕਿ ਤੁਸੀਂ ਕੌਣ ਹੈ, ਕਿਸ ਫੈਮਿਲੀ ਨਾਲ ਤਾਲੁਕ ਰੱਖਦੇ ਹੋ। ਜਿਸ ਤਰ੍ਹਾਂ ਬਣੀ ਉਹ ਤਾਂ ਹਿਸਟਰੀ ਦਾ ਪਤਾ ਹੀ ਆਪਾਂ ਨੂੰ। ਨਹੀਂ, ਕਈ ਜਗ੍ਹਾ ਮੈਂ ਦੇਖਿਆ ਉਹ ਕਹਿੰਦੇ ਕਿਸੇ ਇਲਾਕੇ ਦਾ ਸੀਗਾ, ਕਹਿੰਦੇ ਜੀ ਇਹ ਸਿਆਲਕੋਟ ਦਾ, ਸਿੰਗਾਪੁਰ ਤੋਂ ਆਇਆ, ਸਿੰਗਾਪੁਰੀ, ਉਹਦਾ ਨਾਮ ਰਣਜੀਤ ਸਿੰਘ ਸਿੰਗਾਪੁਰੀ। ਮੈਂ ਕਿਹਾ ਤੁਹਾਡੀ ਜ਼ਾਤ ਹੈ? ਕਹਿੰਦੇ ਨਹੀਂ, ਮੈਂ ਸਿੰਗਾਪੁਰ ਰਿਹਾ ਸੀ ਨਾ, ਤੇ ਮੈਨੂੰ ਜਦ ਮੈਂ ਇੰਡੀਆ ਵਾਪਸ ਪਹੁੰਚਿਆ ਉਹ ਸਿੰਗਾਪੁਰੀ ਦੇ ਨਾਂ ਤੇ ਉਹ ਚੱਲ ਰਿਹਾ ਤੇ ਪਹਿਚਾਨ ਵਾਸਤੇ। ਜਿਵੇਂ ਹੀ ਕਹਿਣਾ ਕਿਸੇ ਕੇ ਜਿਹੜੇ ਪਹਿਲੀ ਵਾਰੀ ਆਈ, ਸਾਨੂੰ ਸ਼ਾਇਦ ਸਟੋਰੀ ਦੀ ਸਮਰੀ ਕਰਨੀ ਚਾਹੀਦੀ ਸੀ, ਕਿੱਥੇ ਅੱਗੇ ਹੁਣ ਸਟੋਰੀ ਦੇ ਵਿੱਚ ਥੋੜੀ ਜਿਹੀ। ਅਸੀਂ ਪਹਿਲੀ ਦਫਾ ਆਏ ਹਾਂ, ਸਾਨੂੰ ਪਤਾ ਨਹੀਂ। ਅੱਛਾ, ਜਿੱਥੇ ਰਫਲੀ ਅਸੀਂ ਸਟੋਰੀ ਲੇਕਿਨ ਸਟੋਰੀ ਵੈਸੇ ਪਤਾ ਹੈਗੀ ਰਾਂਝੇ ਦੀ ਸਾਰੀ। ਸਟੋਰੀ ਦਾ ਨਹੀਂ, ਝੰਗ ਦੇ ਵਿੱਚ ਪੈਦਾ ਹੋਇਆ, ਉਹਦੇ ਵਿੱਚ ਮਜ਼ਾ ਨਾ। ਝੰਗ ਸਿਆਲ ਮੈਂ ਫਿਲਮ ਚ ਦੇਖੀ। ਉਹਦਾ ਮਤਲਬ ਹੈ ਕਿ ਅਸੀਂ ਦੱਸ ਦਈਏ ਕਿ ਅਸੀਂ ਕਿੱਥੇ ਪਹੁੰਚੇ। ਅੱਛਾ, ਇਹਦੀ ਕਬਰ ਅਸੀਂ ਕਿਹੜੀ ਮਾਈ ਇਹਦੀ ਕਬਰ ਵੀ ਜੰਗ ਚ ਹੀ ਹੈ। ਚਲ ਫਿਰ ਜੰਗ ਦਾ ਹੀ ਹੈ, ਕਿੱਥੇ ਤੁਸੀਂ ਦੱਸੋ, ਆਪੋ ਹੀ ਦੱਸੇਗੀ। ਸੋ ਰਾਂਝਾ ਨਿਕਲ ਗਿਆ ਆਪਣੇ ਘਰੋਂ, ਲੜਥੇ ਜਾ ਰਹੇ ਹੋ, ਲੜ ਕੇ ਆਪਣੇ ਭਾਬੀਆਂ ਨਾਲ, ਭਰਜਾਈਆਂ ਨਾਲ, ਭਰਾਵਾਂ ਨਾਲ, ਜ਼ਮੀਨ ਕਰਕੇ। ਫਿਰ ਰਸਤੇ ਵਿੱਚ ਮਸਜਿਦ ਗਿਆ, ਮੌਲਵੀ ਨਾਲ ਲੜ ਪਿਆ। ਫਿਰ ਉਹ ਚਨਾਬ ਤੇ ਪਹੁੰਚ ਗਿਆ ਤੇ ਉਹ ਲੁੱਡਨ ਨਾਲ ਲੜਿਆ, ਫੇਰੀ ਵਾਲਾ, ਉਹਦੇ ਨਾਲ ਲੜਿਆ। ਉਸ ਤੋਂ ਬਾਅਦ ਪਾਰ ਕਰਕੇ ਹੀਰ ਨਾਲ ਲੜਨਾ ਸੀ, ਪਰ ਹੀਰ ਨੇ ਉਹਨੂੰ ਦੇਖ ਕੇ ਬੜੀ ਖੁਸ਼ ਹੋ ਗਈ ਕਿ ਇਹ ਕਿੱਥੋਂ ਆਇਆ, ਸੋਹਣੇ ਜ਼ੁਲਫਾਂ, ਸੋਹਣਾ ਮੁੰਡਾ, ਬਾਂਸਰੀ ਵਾਲਾ। ਸੋ ਹੀਰ ਉਹਨੂੰ ਕਹਿੰਦੀ ਹੈ ਕਿ ਚੱਲ ਕੋਈ ਮਜ਼ਾਕ ਕਰੀਏ, ਕਿਉਂਕਿ ਅਸੀਂ ਮਿਲਣਾ ਚਾਹੁੰਦੇ ਆ, ਤੂੰ ਆ ਮੇਰੇ ਪਿਓ ਦਾ ਝਾਕ ਬਣ, ਉਹਦੀ ਮੱਝੀਆਂ ਨੂੰ ਤੂੰ ਚਰਾ। ਸੋ ਉਹ ਹੁਣ ਉਹ ਜਾ ਕੇ ਆਪਣੇ ਅੱਬੇ ਨੂੰ ਕਹਿ ਰਹੀ ਹੈ ਕਿ ਇਹ ਦੇਖੋ, ਇਹ ਮੁੰਡਾ ਆ ਗਿਆ, ਇਹ ਤੁਹਾਡੇ ਮੱਝਾਂ ਨੂੰ ਸੰਭਾਲੂਗਾ। ਸੋ ਇਹ ਡਾਇਲੌਗ ਚੱਲ ਰਹੀ ਹੈ। ਮੈਂ ਇਜਾਜ਼ਤ ਹੈ, ਮੈਂ ਇੱਕ ਗੱਲ ਕਰਾਂ। ਤੁਸੀਂ ਸਰਦਾਰ ਜੀ ਗੱਲ ਕੀਤੀ ਹੈ ਜ਼ਾਤ ਪਾਤ ਦੇ ਉੱਪਰ। ਮੈਂ ਇਹ ਸਮਝ ਰਿਹਾ ਕਿ ਇਸ ਵੇਲੇ ਅਗਰ ਇਨਸਾਨਾਂ ਦੀ ਤੁਸੀਂ ਅਕਲ, ਉਹਨਾਂ ਦੀ ਜ਼ਾਤ ਉਹਨਾਂ ਕੋਲੋਂ ਛੀਨਦੇ ਉਹਨਾਂ, ਤੇ ਇਹ ਬਹੁਤ ਵੱਡਾ ਇੱਕ ਮੁੱਦਾ ਹੈਗਾ ਕਿ ਜੇ ਅਗਰ ਅਸੀਂ ਇਸ ਤਸੱਵੁਰ ਨੂੰ ਆਪਣੇ ਤੋਂ ਪਰੇ ਹਟਾ ਸਕੀਏ, ਕਿਉਂਕਿ ਗੱਲ ਜਿਹੜੀ ਜਦੋਂ ਤੁਸੀਂ ਕਰਦੇ ਹੋ ਇਸ ਪੂਰੀ ਕਾਇਨਾਤ ਵਿੱਚ ਫੈਲ ਜਾਂਦੀ ਹੈ। ਅਗਰ ਅਸੀਂ ਇੰਨੇ ਸੌ ਸਾਲ ਸਟਿਲ ਸਾਡੇ ਨਾਲ ਜ਼ਾਤ ਪਾਤ ਲੱਗੀ ਹੋਈ ਹੈ, ਉਹਨੇ ਕੀ ਕੀਤਾ ਕਿ ਇਨਸਾਨਾਂ ਨੂੰ ਅਹਿਸਾਸੇ ਕਮਤਰੀ ਦਿੱਤਾ। ਬਹੁਤ ਜ਼ਿਆਦਾ ਅਹਿਸਾਸੇ ਕਮਤਰੀ ਜਦੋਂ ਇਨਸਾਨ 'ਚ ਪੈਦਾ ਹੁੰਦਾ ਤਾਂ ਆਪਣੇ ਦਿਮਾਗ ਨੂੰ, ਆਪਣੇ ਜਿਸਮ ਨੂੰ, ਹਰ ਸਲਾਹੀਅਤ ਉਹਨੂੰ ਜ਼ੰਗ ਲੱਗ ਜਾਂਦਾ। ਤੁਸੀਂ ਐਸਾ ਨੁਕਤਾ ਉਠਾਇਆ ਕਿ ਅੱਜ ਮੈਨੂੰ ਇਹ ਮਹਿਸੂਸ ਹੁੰਦਾ ਕਿ ਅਗਰ ਤੁਸੀਂ ਮੈਨੂੰ ਇਜਾਜ਼ਤ ਦਿਓ 2 ਮਿੰਟ, ਕਿ ਅਗਰ ਅਸੀਂ ਇਸੇ ਚੀਜ਼ ਨੂੰ ਐਡਰੈਸ ਕਰਕੇ ਜਿਹੜੀ ਉਸ ਵੇਲੇ ਰੀਤ ਸੀ ਜਾਂ ਰਿਵਾਜ ਸੀ, ਅੱਜ ਅਸੀਂ ਜਿੱਥੇ ਬੈਠੀਏ, ਅਸੀਂ ਇਸ ਤਸੱਵੁਰ ਦੀ, ਇਸ ਲਾਨਤ ਨੂੰ ਦੂਰ ਕਰਨ ਵਾਸਤੇ ਅਸੀਂ ਲੋਕਾਂ ਦੇ ਅੰਦਰ ਸ਼ਊਰ ਡਿਵੈਲਪ ਕਰੀਏ, ਕੋਸ਼ਿਸ਼ ਕਰੀਏ ਕਿ ਅਸੀਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ। ਮੈਂ ਅੱਜ ਸ਼ਾਇਦ ਨਾਲ ਪਹਿਲੀ ਵਾਰੀ ਆਇਆ ਕਿ ਵੀ ਪੰਜਾਬੀ ਜ਼ੁਬਾਨ ਨੂੰ ਪਹਿਲੇ ਕਿਹਾ ਗਿਆ ਕਿ ਪੰਜਾਬੀ ਜ਼ੁਬਾਨ ਦੇ ਉੱਤੇ ਬੜਾ ਵੱਡਾ ਤਸੱਵੁਰ ਸੀ, ਕਿ ਉਹਨੂੰ ਕਿਹਾ ਗਿਆ ਕਿ ਗਵਾਰਾਂ ਦੀ ਜ਼ੁਬਾਨ ਹੈ ਇਹ ਲੋਕ, ਕਿਉਂਕਿ ਜਿਹੜੇ ਹੁਕਮਰਾਨ ਤਬਕਾ ਆਇਆ ਉਹਨਾਂ ਦੀ ਜ਼ੁਬਾਨ ਅਸੀਂ ਬੋਲਣ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਫਾਰਸੀ ਬੋਲਣ ਵਾਲੇ ਆਏ, ਚਾਹੇ ਉਹ ਅੰਗਰੇਜ਼ ਬੋਲਣ ਵਾਲੇ ਆਏ। ਅਸੀਂ ਕਿਹਾ ਕਿ ਉਹ ਜਿਹੜਾ ਲੋਕ ਆ ਸਾਡੇ ਤੋਂ ਆਲਾ ਤੇ ਬਰਤਰ ਨੇ, ਲੇਕਿਨ ਖੁਦਾ ਨੇ ਸਾਰੇ ਇਨਸਾਨਾਂ ਨੂੰ ਬਰਾਬਰ ਬਣਾਇਆ। ਅਸੀਂ ਉਹਨਾਂ ਦੀ ਜਿਹੜੀ ਤਫਰੀਕ ਕੀਤੀ ਸੀ ਕੰਮ ਦੇ ਉੱਪਰ,
ਕਿ ਕੰਮ ਜਿਹੜੇ ਘਟੀਆ ਤੇ ਇਹ ਛੋਟਾ ਤੇ ਵੱਡਾ ਕੰਮ ਹੁੰਦਾ। ਅਸੀਂ ਅੱਜ ਇਹ ਨਾਰਾ ਬੁਲੰਦ ਕਰੀਏ, ਜਿੱਥੇ ਅਸੀਂ ਬੈਠੀਏ, ਅਸੀਂ ਇਸ ਸੋਚ ਨੂੰ ਲੈ ਕੇ ਕਿ ਜ਼ਾਤ ਪਾਤ ਇੱਕ ਲਾਨਤ ਹੈਗੀ ਆ, ਇਹ ਇਨਸਾਨਾਂ ਦੀ ਸਲਾਹੀਤਾਂ ਨੂੰ ਜ਼ੰਗ-ਆਲੂਦ ਕਰਦੀ, ਉਹਨਾਂ ਦੇ ਅਹਿਸਾਸੇ ਕਮਤਰੀ ਪੈਦਾ ਕਰਦੀ। ਫਿਰ ਅਸੀਂ ਇਹਨੂੰ ਵੱਡੀ ਪਿਕਚਰ ਨਾਲ ਦੇਖੀਏ ਤੇ ਉਹ ਇਨਸਾਨ ਜਿਹੜੇ ਨੇ ਉਹ ਡਿਸੇਬਲ ਬਣਦੇ ਨੇ, ਉਹ ਇਨਸਾਨ ਕਿਸੇ ਮੁਆਸ਼ਰੇ ਲਈ ਕੰਮਕਾਰ ਜੋਗੇ ਨਹੀਂ ਹੁੰਦੇ, ਉਹ ਮੁਆਸ਼ਰੇ ਤੇ ਇੱਕ ਬੋਝ ਬਣ ਜਾਂਦੇ ਨੇ। ਇਸ ਲਈ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਲਾਨਤ ਨੂੰ ਖਤਮ ਹੋਣਾ ਚਾਹੀਦਾ। ਵੈਰੀ ਗੁੱਡ ਖਿਆਲਾਤ ਬੜੇ ਇਹ ਸੋਚਣਾ ਅੰਦਾਜ਼ ਹੈ ਪੰਜਾਬੀ ਜ਼ਬਾਨ ਤੇ ਮਤਲਬ ਤਸਵਰ ਦਾ ਸ਼ਿਕਾਰ। ਮੈਂ ਤੇ 5 ਸਾਲ ਇੱਥੇ ਆਏ ਨੂੰ ਹੋ ਗਏ ਨੇ। ਜਦ ਇਹ ਸੋਚਣ ਦਾ ਅੰਦਾਜ਼ ਹੈ ਆਪਣਾ ਮੈਂ ਪੰਜਾਬੀ ਦਾ ਕੋਈ ਗਾਣਾ ਸੁਣਾ ਜਾਂ ਕੋਈ ਪੰਜਾਬੀ ਦੀ ਕੋਈ ਗੱਲ ਸੁਣਾ, ਉਤਨਾ ਖੁਸ਼ ਉਤਨਾ महसूस मैं किसी गल तो भी नहीं होता जितना पंजाबी तो होना, या उतनी सैटिस्फैक्शन मैंने कितों भी नहीं मिलती जितनी पंजाबी तो मिलती है। ते ये ते सोचन अंदाज है ना। हुण जाके असी बस एवें ही शर्मांदे रहिए किसी बोलनी नहीं पंजाबी, ठीक है ना, कि कहणगे कि जंगली है जी ते पेंडू है जी। मैनू तो कोई फर्क नहीं पैंदा कि मैं पंजाबी बोलां, तो बिल्कुल ही मैनू कोई शर्मिंदगी भी नहीं कि मैं पेंडू मुसल्लत कीती ਤੁਹਾਡੇ ਉੱਤੇ, ਤੁਹਾਨੂੰ ਕਿਹਾ ਗਿਆ ਤੁਸੀਂ ਮੁਸੱਲਤ ਕਰੋ ਨਾ, ਜਿਹੜਾ ਤੁਹਾਡੇ ਤੇ ਕਰਦੇ ਹੁਕਮਰਾਨ ਤਬਕਾ ਸੀ ਉਹਨਾਂ ਨੇ ਤੁਹਾਨੂੰ ਇਸ ਤਰ੍ਹਾਂ ਬਰੇਕ ਅਸੀਂ ਅੱਗੇ ਪੜੀਏ, ਯਕੀਨ ਕਰੋ, ਅੱਗੇ ਪੜੀਏ ਹੀ ਨੂੰ ਪੜੀਏ, ਕਿਉਂਕਿ ਉਹ ਵੀ ਜ਼ਾਤ ਦੀ ਗੱਲ ਉੱਤੇ ਹੀ ਹੈਗੀ ਹੈ ਨਾ। ਅੱਗੇ ਹਮੇਸ਼ਾ ਕਿ ਜਿਹੜਾ ਸ਼ਰੀਫ ਜਾਂ ਮਤਲਬ ਸੁਲਝਿਆ ਨਾ ਮਾਰ ਕੁਟਾਈ ਕਰਨ ਵਾਲਾ ਜਾਂ ਬਦਮਾਸ਼ ਨੇ ਸ਼ਰੀਫ अगली लाइन जाके ਉਹਦੀ ਉਹੀ ਕਰ ਰਿਹਾ ਨਾ ਕਿ ਸ਼ਰੀਫ ਹੈ, ਮਾਸੂਮ ਹੈ ਔਰ ਜਿਹੜਾ ਹੈ ਵਜਾਹਤ ਔਰ ਸ਼ਕਲ ਹੈਂਡਸਮ ਸਖੀ ਹੈ ਸਾਰਾ ਕੁਝ। ਜੀ ਨੈਕਸਟ ਕੌਣ ਪੜ ਰਿਹਾ? ਔਰ ਉਸ ਤੋਂ ਬਾਅਦ ਅਗਲੀ ਹੋਰ ਗੱਲ ਹੈ ਕਿ ਖੋਜੀ ਲਾਈ ਤੇ ਨਿਆਂ ਵਕੀਲ ਹੈ ਜੀ, ਕਿ ਵੀ ਉਹ ਪਰਿਆਂ ਦਾ ਬੰਦਾ ਜਿਸ ਸਾਡੇ ਚ ਕਿਹਾ ਜਾਂਦਾ ਕਿ ਵੀ ਇਨਸਾਫ ਕਰਨ ਵਾਲਾ ਵੀ ਹੈ, ਮੁਨਸਫ ਵੀ ਹੈ, मतलब कोई गल करन दा और है कि अगर कोई झगड़ा पै जाए तो ਉਹਦੇ ਵਿੱਚ ਉਹ इंसाफ करने वाला असल सच्चा वकील है, न्याय करने वाला वकील है, इंसाफ करने वाला वकील है। ਇਹਦੇ ਵਿੱਚ ਕੋਈ ਹੋਰ ਨਹੀਂ ਠੀਕ ਅੱਗੇ ਪੜੋ। ਕਿ ਡੋਗਰਾ ਜੱਟਾਂ ਦੇ ਨਿਉ ਜਾਣੇ ਪਰੇ ਵਿੱਚ ਦਿਲਾਵੜੇ ਲਾਈਆਂ ਦੇ ਪਾੜ ਚੀਰ ਕਰ ਜਾਂਦਾ ਕੱਢ ਦੇਸੂ ਲੜਿਆ ਕਾਸ ਤੂੰ ਨਾਲ ਬਾਈਆਂ ਦੇ ਕਿਸ ਗੱਲ ਤੋਂ ਰੁੱਸ ਕੇ ਉੱਠ ਆਇਆ ਕੀ ਕਰ ਬੋਲਿਆ ਨਾਲ ਵਰਜਾਈਆਂ ਦੇ ਵਾਰਿਸ਼ਾ ਦੇ ਦਿਲ ਤੇ ਸ਼ੌਕ ਆਇਆ ਦੇਖਣ ਮੁਖ ਸਿਆਲਾਂ ਦੀਆਂ ਜਾਈਆਂ ਦੇਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ ਇਹਦੇ ਚ ਤੁਸੀਂ ਜੋ ਪੜ੍ਹਦੇ ਉਹਦੇ ਨਾਲ ਫਰਕ ਹੈ, ਜਿਹੜਾ ਥੋੜਾ ਜਿਹਾ ਫਰਕ ਹੈ ਤੇ ਫਰਕ ਇਹ ਆਪਣਾ ਵੈਬਸਾਈਟ ਵਾਲਿਆਂ ਦੇ ਆਪਣੇ ਵਾਲਿਆਂ ਨੇ ਲਾਈ ਹੈ ਜਿਹੜੀ ਉਹਦੀ ਇਹ ਜਿਹੜੀ ਤੁਹਾਡੀ ਕਿਤਾਬ ਵਾਲੀ ਹੈ ਤੁਸੀਂ ਲੈ ਕੇ ਆਏ ਸੀ WhatsApp ਉਹ ਤੇ ਨਹੀਂ ਇਹ ਵਾਲੀ ਇਹਦੇ ਵਿੱਚ ਵੀ ਜਿਹੜੀ ਪੜ੍ਹ ਰਹੇ ਨਾ ਜੇ ਤੁਸੀਂ ਪੜ੍ਹ ਰਹੇ ਹੋ ਨਾ ਉਹ ਜ਼ਿਆਦਾ ਮਸ਼ਹੂਰ ਕਿ ਤੁਸੀਂ ਹੁਣ ਲੰਦਨੋਂ ਰੋਜ਼ਾਨਾ ਤੇ ਸ਼ਾਇਦ ਆਣਾ ਕੋਈ ਨਹੀਂ ਤੇ ਅਸਾਂ ਵੀ ਰੋਜ਼ਾਨਾ ਇੱਕ ਦਿਨ ਸੰਗੀਤ ਇਕੱਠੇ ਨਹੀਂ ਹੋਣਾ ਤੇ ਅਸੀਂ ਚੰਗਾ ਮੌਕਾ ਸਮਝਦੇ ਕਿ ਤੁਸੀਂ ਪੰਜਾਬੀ ਦੇ ਅਸਲ ਬੜਾ ਸੁਨਹਿਰੀ ਮੌਕਾ ਮੈਨੂੰ ਕਲਾਮ ਸੁਣਾਓ। ਤੁਸੀਂ ਸੁਣਾਓ। ਇਹਨਾਂ ਨਾਲ ਮੁਲਾਕਾਤ ਹੋਈ ਹੈ, ਤੁਸੀਂ ਉੱਥੇ ਓਲਡਮ ਆਏ ਸੀ ਕਿ ਸ਼ਾਇਦ ਇੰਗਲਿਸ਼ ਵੀ ਕੀਤੀ ਸੀ, ਪੰਜਾਬੀ ਚ ਵੀ। ਉਹਨਾਂ ਦੀ ਮੈਂ ਸੁਣਨਾ ਚਾਹੁੰਦਾ। ਚੰਦਨ ਸਾਹਿਬ ਬੜੇ ਡਾਢੇ ਔਰ ਅੱਛੇ ਸ਼ਾਇਰ। ਅੱਛਾ ਹਾਂ ਅੱਛਾ, ਹੀਰ ਦਮੋਦਰ ਦਾ ਕਿੱਸਾ ਸੁਣਿਆ ਹੋਣਾ? ਦਮੋਦਰ ਨੇ ਵੀ ਕਿੱਸਾ ਲਿਖਿਆ ਨਾ ਜੀ ਦਮੋਦਰ, ਤੇ ਉਹਦਾ ਦਾਵਾ ਆਖ ਦਮੋਦਰ ਅੱਖੀ ਡਿੱਠਾ, ਉਹ ਦਾਵਾ ਕਰਦਾ ਮੈਂ ਸਭ ਮੇਰੇ ਅੱਖੀ ਡਿੱਠੀਆਂ ਸਾਰੀਆਂ ਗੱਲਾਂ। ਅੱਛਾ, ਤੇ ਉਹ ਆਪਣਾ ਵਾਰਿਸ ਸ਼ਾਹ ਤੋਂ ਪਹਿਲਾਂ ਲਿਖਿਆ ਸੀ ਉਹਨੇ ਹੀਰ ਤੇ ਰਾਂਝੇ ਦੀ ਮੁਲਾਕਾਤ ਜਦੋਂ ਹੋਈ ਪਹਿਲੀ ਵਾਰੀ, ਉਹਦਾ ਐਸਾ ਮੰਜ਼ਰ ਕਮਾਲ ਦਾ ਮੈਂ ਪੜ੍ਹ ਕੇ ਸੁਣਾਉਂਦਾ। ਮੇਰੇ ਖਿਆਲ ਦੁਨੀਆ ਦੇ ਕਿਸੇ ਵੀ ਅਦਬ ਵਿੱਚ ਜਾਂ ਸ਼ਾਇਰੀ ਵਿੱਚ ਇਹੋ ਜਿਹਾ ਮੈਂ ਨਹੀਂ ਅੱਜ ਤੱਕ ਅੱਛਾ ਦੇਖਿਆ ਸੁਣਿਆ। ਉਹ ਇੰਝ ਹੈ, ਮਿਲਦੇ ਨੇ ਪਹਿਲੀ ਵਾਰੀ ਤਾਂ ਚੋਰੀ ਵੇਖੇ ਹੀਰ ਸਿਆਲੀ ਮੂੰਹੋਂ ਨਾ ਮੂਲ ਅਲਾਏ, ਚੁੱਪ ਕਰਕੇ ਬੈਠੀ ਹੈ। ਧਰਤੀ ਉੱਤੇ ਲੀਕਾਂ ਖੱਟੇ ਆਖ ਨਾ ਮੂੰਹੋਂ ਸੁਣਾਏ। ਵਾਹ ਜੀ ਵਾਹ। ਧਰਤੀ ਵਿੱਚ ਲੀਕਾਂ ਪਾਈ ਜਾ ਰਹੀ ਹੈ। ਅੰਦਰ ਗਲ ਹੰਡਾਏ ਨੀਂਗਰ ਦਿਲ ਵਿੱਚ ਫਿਕਰ ਟਿਕਾਏ। ਰਾਂਝਾ ਵੀ ਕੋਲ ਬੈਠਾ, ਉਹ ਵੀ ਚੁੱਪ ਹੈ। ਵਾਹ ਜੀ ਵਾਹ। ਜੇ ਸੱਚ ਜਾਣਾ ਸਿਰਜਣਹਾਰਾ ਤਾਂ ਪੀਰਾਂ ਪੱਲੂ ਪਾਏ। ਅੰਦਰ ਦੇ ਵਿੱਚ ਗਲ ਹੰਡਾਈ
ਮੂੰਹੋਂ ਨਾ ਆਖ ਸੁਣਾਈ। बहुत अच्छे, वाह जी वाह, खूबसूरत। ਆਗੇ ਦੇਖੋ ਇਹ ਤਾਂ ਬਹੁਤ ਹੀ ਕਮਾਲ ਹੈ। ਜ਼ਮੀਨ ਖੁਦਿੰਦਾ ਤੇ ਤਲੇ ਤਕੇਂਦਾ, ਧਰਤੀ ਨਜ਼ਰ ਲਗਾਈ। ਦੁਬਾਰਾ ਜ਼ਮੀਨ ਖੁਦੇਂਦਾ, ਹਾਂ ਜ਼ਮੀਨ ਖੁਦਿੰਦਾ ਤੇ ਤਲੇ ਤਕੇਂਦਾ, ਧਰਤੀ ਨਜ਼ਰ ਲਗਾਈ। ਡਰਦਾ ਮੂੰਹੋਂ ਨਾ ਕੂਏ ਤੀਦੋ, ਅਜਿਹੀ ਹਾਲਤ ਆਈ। ਕਰੇ ਕਿਆਸ ਚਿਤ ਫਿਕਰ ਸਹੀ ਸੱਚ, ਮੈਂਡੇ ਪੱਲੇ ਪੀਰਾਂ ਇਹਾ ਪਾਈ। बहुत अच्छे जी, वाह जी वाह, खूबसूरत। ਕੋਈ ਗੱਲ ਉਹਨਾਂ ਨੇ ਆਪਸ ਚ ਜਿਵੇਂ ਨਾ ਕੀ ਰੱਖਿਆ ਬਾਹ ਸੱਜਣ, ਜਿਵੇਂ ਬਾਰਿਸ਼ਾ ਹੋਈ ਫਰਮਾਉਂਦੇ ਨੇ, ਇਹ ਚੁੱਪ ਚੁੱਪ ਮੁਲਾਕਾਤ ਕੈਸੀ ਕਮਾਲ ਦੀ। ਅੱਛਾ ਮੈਂ ਨਜ਼ਮ ਲਿਖੀ ਹੈ ਅੱਖੀਂ ਡਿੱਠਾ। ਇਹ ਬੜੇ ਸਾਲ ਪਹਿਲਾਂ ਲਾਹੌਰ ਗਿਆ ਸੀ, ਉੱਥੇ ਹੁਮਾ ਸਫਦਰ ਸਾਡੀ ਦੋਸਤ ਹੈ, ਉਹਨੇ ਡਾਇਰੈਕਟ ਕੀਤਾ ਸੀ ਪਲੇ ਆਪਣਾ ਦਮੋਦਰ ਹੀਰ ਦਾ। ਉਹਦੇ ਚ ਮੈਂ ਨਜ਼ਾਰਾ ਪਹਿਲੀ ਵਾਰੀ ਦੇਖਿਆ ਸੀ। तो मैं दोनों मुखातब करके नज़म लिखी है, ते आजाद नज़म है, उस किस्म की नहीं जो आप बंद पढ़ के हटे। तू क्यों रोना वीर रांझिया, तू क्यों रोवे भैणे हीरे। ਤੂੰ ਕਿਉਂ ਰੋਣਾ ਵੀਰ ਰਾਂਝਾ। हाँ, तू क्यों रोना वीर रांझिया, तू क्यों रोवे भैणे हीरे। चिरी विछुने अज मिले, मिल के जो कमावन। अनहद मुरली वजदी, अखियां ने सब तक लिया है, कि अथरू उमड़ आए दीदार करन दे बाद। बहुत अच्छे, बहुत अच्छे। तू क्यों रोना वीर रांझिया, तू क्यों रोवे भैणे हीरे। चिरी विछुने अज मिले हो, मिलके जो कमावन। अनहद मुरली वजदी, अखियां ने सब तक लिया है, कि अथरू उमड़ आए दीदार करन दे मारे। हथी लिखा हथी वाउंदे, तुरदी लिखी नूं ढाण लगे। बहुत अच्छे जी। हथी लिखा हथी वाउंदे, तुरदी लिखी नूं ढाण लगे। हुणे ही इन्ना थोड़ा दिल कर लीता, दोवें रो रहे हैं। हुणे ही इन्ना थोड़ा दिल कर लीता, हाले तां पंथ बड़ा है लम्मा। पार पत्तन दे जाना, मरमर जीना, विछड़ जाना फिर मिलना। हुणे इन्ना थोड़ा दिल कर लीता, हाले का पंथ बड़ा है लम्मा। पार पत्तन दे जाना, मरमर जीना, विछड़ जाना फिर मिलना। बहुत अच्छे। क्यों रोवे वीरा मेरा, भैन मेरी तू क्यों रोनी। खूबसूरत जी, बहुत मजीद को कुछ और भी सुनिए। जी और भी दो तीन नजरों पास ज्यादा नहीं, क्योंकि इन्होंने जाना है। ਨਹੀਂ ਅਸੀਂ ਨਹੀਂ ਜਾਣਾ ਕਿਤੇ ਵੀ। ਹੁਣ ਨਹੀਂ ਅਸੀਂ ਜਾਣਾ, ਹੁਣ ਤੇ ਅਸੀਂ ਆ ਗਏ। ਇਸ ਨਹੀਂ ਜਾਣਾ ਖੇੜਿਆਂ ਦੇ ਨਾਲ। वसीम तुम कुछ सुनाना भी है पर बैठे रहे। ਜਾਣਾ। ਕੁੱਖ ਵਾਂਗੂ ਮੈਨੂੰ ਸਾਂਭੀ ਰੱਖਦੀ। ਵਾਹ वाह जी वाह, ਮਾਂ ਬੋਲੀ ਕੁੱਖ ਵਾਂਗੂ ਮੈਨੂੰ ਸਾਂਭੀ ਰੱਖਦੀ। ਵਾਹ ਮਾਂ ਬੋਲੀ ਮੇਰੀ ਮਾਂ ਦੀ ਕੱਛ ਹੈ। ਵਾਹ ਵਾਹ ਜੀ ਵਾਹ, ਵਾਹ ਜੀ ਵਾਹ। ਮਾਂ ਬੋਲੀ ਮਾਂ ਦੀ ਮੇਰੀ ਕੱਛ ਬਣ ਕੱਛ। ਗਿਆ। ਵਾਹ ਵਾਹ ਜੀ। ਕੁਝ ਚੀਜ਼ ਗਿਰੀ ਹੈ ਥੋੜੀ ਐਨਕਾਂ। ਕੋਈ ਨਹੀਂ ਖੈਰ ਹੈ। ਮਾਂ ਬੋਲੀ ਕੁੱਖ ਵਾਂਗੂ ਮੈਨੂੰ ਸਾਂਭੀ ਰੱਖਦੀ। ਮਾਂ ਬੋਲੀ ਮੇਰੀ ਮਾਂ ਦੀ ਕੱਛ ਹੈ, ਆਪਣੇ ਹੋਣ ਤੋਂ ਡਰਦਾ ਡਰਦਾ, ਜਿਸ ਵਿੱਚ ਰੋਜ਼ ਦਿਹਾੜੇ ਵੜਦਾ। ਵਾਹ अच्छे ਵਾਹ ਜੀ जी, ਵਾਹ। क्या बात। ਫਿਰ ਮੈਨੂੰ ਨਾ ਰਹਿੰਦੀ ਚਿੰਤਾ, ਆਉਂਦੇ ਕੱਲ ਤੇ ਬੀਤੇ ਕੱਲ। ਵਾਹ ਜੀ खूबसूरत जी, क्या बात। बहुत खूबसूरत जी। ਮਾਂ ਬੋਲੀ ਕੁੱਖ ਵਾਂਗੂ ਮੈਨੂੰ ਸਾਂਭੀ ਰੱਖਦੀ। ਮਾਂ ਬੋਲੀ ਮੇਰੀ ਮਾਂ ਦੀ ਕੱਛ ਹੈ, ਆਪਣੇ ਹੋਣ ਤੋਂ ਡਰਦਾ ਡਰਦਾ, ਜਿਸ ਵਿੱਚ ਰੋਜ਼ ਦਿਹਾੜੇ ਵੜਦਾ। ਫਿਰ ਮੈਨੂੰ ਨਾ ਰਹਿੰਦੀ ਚਿੰਤਾ, ਆਉਂਦੇ ਕੱਲ ਤੇ ਬੀਤੇ ਕੱਲ ਦੀ। ਮਾਂ ਬੋਲੀ ਮੈਂ ਮਾਂ ਦੇ ਦੁੱਧ ਹੀ ਚੁੰਗੀ। बहुत अच्छे, बहुत अच्छे। ਬਾਬਲ ਮੇਰੇ ਕੰਬਣ ਕਰਦੇ ਨਿਕੜੇ ਹੱਥ ਨੂੰ, ਆਪਣੇ ਹੱਥ ਵਿੱਚ ਲੈ ਕੇ ਲਿਖਣਾ ਦੱਸਿਆ, ਕਾਗਜ਼ ਦੇ ਨਾਲ ਤਾ ਹਯਾਤੀ ਦੋਸਤੀ ਪਾਈ। ਵਾਹ ਵਾਹ ਜੀ ਵਾਹ। बहुत अच्छे, खूबसूरत। ਮਾਂ ਬੋਲੀ ਮੈਂ ਮਾਂ ਦੇ ਦੁੱਧ ਹੀ ਚੁੰਗੀ। ਬਾਬਲ ਮੇਰੇ ਕੰਬਣ ਕਰਦੇ ਨਿਕੜੇ ਹੱਥ ਨੂੰ, ਆਪਣੇ ਹੱਥ ਵਿੱਚ ਲੈ ਕੇ ਲਿਖਣਾ ਦੱਸਿਆ, ਕਾਗਜ਼ ਦੇ ਨਾਲ ਤਾ ਹਯਾਤੀ ਦੋਸਤੀ ਪਾਈ। ਮਾਂ ਬੋਲੀ ਚੋਂ ਬੂਰਾਂ ਲੱਦੇ ਅੰਬਾਂ ਦੀ ਛਾਂ ਮਹਿਕੇ। ਵਾਹ ਵਾਹ ਜੀ ਵਾਹ, ਵਾਹ ਵਾਹ ਜੀ ਵਾਹ। ਬੂਰਾਂ ਲੱਦੇ ਅੰਬਾਂ ਦੀ ਛਾਂ ਮਹਿਕੇ। ਮੋਰਾਂ ਵਾਂਗੂ ਪਹਿਲਾਂ ਪਾਉਂਦਾ ਕਾਲਾ ਬੱਦਲ,
ਵਸਣ ਵਸਣ ਨੂੰ ਪਿਆ ਸਹਿ ਕੇ। ਮਾਂ ਬੋਲੀ ਵਿੱਚ ਮੇਰੀ ਮੀਤਾਂ ਦਾ ਪਿੰਡਾ ਲੁੱਸਣ ਲੁੱਸਣ ਦਗਦਾ। ਵਾਹ 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 ਵਾਹ। ਉਹਦੇ ਨਾੜੀ ਵਗਦੇ ਲਹੂ ਦੀ ਧੜਕਣ ਸੁਣਦੀ। ਮਾਂ ਬੋਲੀ ਵਿੱਚ ਮਾਂ ਬੋਲੀ ਵਿੱਚ ਮੇਰੀ ਮੀਤਾਂ ਦਾ ਪਿੰਡਾ ਲੁੱਸਣ ਲੁੱਸਣ ਦਗਦਾ। ਉਹਦੇ ਨਾੜੀ ਵਗਦੇ ਲਹੂ ਦੀ ਧੜਕਣ ਸੁਣਦੀ। ਮਾਂ ਬੋਲੀ ਵਿੱਚ ਮੇਰੇ ਪੁਰਖੇ ਸੁੱਤੇ। ਮੇਰੇ ਪੁਰਖੇ ਸੁੱਤੇ ਜਿਨ੍ਹਾਂ ਦੇ ਸੁਪਨੇ ਮੈਂ ਨਿਤ ਜਾਗਾਂ। ਵਾਹ ਜੀ ਵਾਹ, ਫਿਰ ਨਾ ਕਰੋ ਜੀ, ਵਾਹ ਜੀ ਵਾਹ। ਮਾਂ ਬੋਲੀ ਵਿੱਚ ਮੇਰੇ ਪੁਰਖੇ ਸੁੱਤੇ ਜਿਨ੍ਹਾਂ ਦੇ ਸੁਪਨੇ ਮੈਂ ਨਿਤ ਜਾਗਾਂ। ਮਾਂ ਬੋਲੀ ਵਿੱਚ ਮਿਰਜ਼ੇ ਹੀਰਾ ਅਲਖ ਜਗਾਵਣ। ਵਾਹ ਜੀ ਵਾਹ। ਮਾਂ ਬੋਲੀ ਵਿੱਚ ਸ਼ਬਦ ਗੁਰਾਂ ਦੇ ਪਰੀਆਂ ਗਾਵਣ। ਸਭ ਕੁਝ ਸਿਰਜੇ ਬਿਨਸੇ ਮਾਂ ਬੋਲੀ। ਸਭ ਕੁਝ ਬਣਾ ਕਰਦੀ ਹੈ, ਸਭ ਕੁਝ ਬਣਾਉਂਦੀ ਮਾਂ ਬੋਲੀ। क्या बात है, बहुत खूबसूरत, बहुत खूबसूरत। ਦੂਰ ਕਿਤੇ ਪਰਦੇਸੀ ਜਦ ਕੋਈ ਵਤਨੀ ਪਾਉਂਦਿਆਂ ਨਜ਼ਰੀ ਆਵੇ, ਕੋਈ ਖੁਸ਼ੀ ਅਨੋਖੀ ਚੜ ਜਾਂਦੀ। ਆਪ ਮੁਹਾਰੇ ਨਜ਼ਰਾਂ ਤੇ ਹੱਥ ਉਸ ਵੱਲ ਧਾਂਦੇ, ਸੁਖ ਸਾਂਦ ਪਿੰਡ ਗਵਾਂਢ ਦੀ ਗੱਲ ਦੀ ਤੰਦ ਜਹੀ ਫਿਰ ਜੁੜ ਜਾਂਦੀ। ਵਾਹ ਜੀ ਵਾਹ, ਵਾਹ ਜੀ ਵਾਹ। ਦੂਰ ਕਿਤੇ ਪਰਦੇਸੀ ਜਦ ਕੋਈ ਵਤਨੀ ਪਾਉਂਦਿਆਂ ਨਜ਼ਰੀ ਆਵੇ, ਕੋਈ ਖੁਸ਼ੀ ਅਨੋਖੀ ਚੜ ਜਾਂਦੀ ਹੈ। ਆਪ ਮੁਹਾਰੇ ਨਜ਼ਰਾਂ ਤੇ ਹੱਥ ਉਸ ਵੱਲ ਧਾਂਦੇ, ਸੁਖ ਸਾਂਦ ਪਿੰਡ ਗਵਾਂਢ ਦੀ ਗੱਲ ਦੀ ਤੰਦ ਜਹੀ ਫਿਰ ਜੁੜ ਜਾਂਦੀ। ਸੈਨ ਫ੍ਰਾਂਸਿਸਕੋ ਦੇ ਇੱਕ ਪਿੰਡ ਵਿੱਚ ਮੀਲਾਂ ਬੱਦੀ ਪਸਰੇ ਖੇਤਾਂ ਵਿੱਚ ਜਦ ਖੇਤ ਮਜ਼ਦੂਰਨ ਬੀਬੀਆਂ ਖਾਤਰ ਪੰਜਾਬੀ ਵਿੱਚ ਲਿਖਿਆ ਲਫ਼ਜ਼ ਲਸਣ ਜਦ ਨਜ਼ਰੀ ਆਇਆ, ਲਸਣ ਲੱਗਾ ਜਿਵੇਂ ਬੋਲੀ ਆਪਣੀ ਦੂਰ ਪ੍ਰਦੇਸ਼ ਦੀ ਧਰਤੀ ਉੱਤੇ ਖੁਸ਼ ਆਮਦੀਦ ਬੁਲਾਵੇ, ਹੱਥ ਮਿਲਾਵੇ, ਜੱਫੀ ਪਾਵੇ, ਖੈਰ ਮਨਾਵੇ। ਇੱਕ ਪਲ ਲਫ਼ਜ਼ ਲਸਣ ਵੀ ਮਿਸ਼ਰੀ ਵਰਗਾ ਮਿੱਠਾ ਲੱਗਾ। ਉੱਥੇ ਆਪਣੀਆਂ ਬੀਬੀਆਂ ਕੰਮ ਕਰਦੀਆਂ ਖੇਤਾਂ ਵਿੱਚ, ਤੇ ਉੱਥੇ ਉਹਨਾਂ ਨੂੰ ਜ਼ਰੂਰਤ ਹੋਏਗੀ। ਸੈਨ ਫ੍ਰਾਂਸਿਸਕੋ, ਹਾਂਜੀ, ਕੈਲੀਫੋਰਨੀਆ ਚ ਜਦੋਂ ਲਸਣ ਦੀ ਜੋ ਫਸਲ ਲਸਣ ਕੀ ਹੋਣਾ? लहसुन सुना है आप? लसन नहीं कहते ने, थोम नहीं कहते ने पंजाबी च। नहीं लसन ਲਸਣ ਜਿਹੜਾ ਮੈਂ ਸੋਚਿਆ ਕਿ ਸ਼ਾਇਦ ਉਰਦੂ ਲਫ਼ਜ਼ ਹੈ। ਨਹੀਂ ਠੀਕ ਪੁੱਛਣਾ ਨਾ ਚਾਹੀਦਾ। ਠੀਕ ਹੈ। ਲਸਣ ਥੋਮ। बहुत अच्छे जी, सो एक पल लफ्ज लसण भी मिश्री वर्गा मिठा क्या लगा। बात, क्या बात। पर ਸਾਗਰੋਂ ਵਿਛੜੀ ਮਛਲੀ ਵਰਗੇ ਲਫ਼ਜ਼ ਵੀ ਜੂਨ ਗਵਾ ਲੈਂਦੇ ਹਨ। ਮਾਨੇ ਹੋਰ ਬਣਾ ਲੈਂਦੇ ਹਨ, ਦਿਲ ਨੂੰ ਹੋਰ ਦੁਖਾ ਜਾਂਦੇ। ਇੱਥੇ ਲਫ਼ਜ਼ ਲਸਣ ਦਾ ਮਤਲਬ 15 ਡਾਲੇ ਰੋਜ਼ ਦਿਹਾੜੀ। ਓਏ ਹੋਏ 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 ਹੋਏ। ਕੜੀ ਦੀ ਟਿਕ ਟਿਕ, ਡਾਰ ਵਿੱਚ ਹੁੰਦੀਆਂ ਕੂੰਜਾਂ। ਆਪਣੇ ਮੁਹਾਵਰਾ ਹੈ ਨਾ, ਜਦੋਂ ਧੀ ਵਿਆਹੀ ਜਾਂਦੀ ਕੁੜੀ, ਡਾਰੋਂ ਵਿਛੜੀ ਕੂੰਜ ਜਾਂਦੀ। ਇੱਥੇ ਲਫ਼ਜ਼ ਲਸਣ ਦਾ ਮਤਲਬ 15 ਡਾਲੇ ਰੋਜ਼ ਦਿਹਾੜੀ, ਕੜੀ ਦੀ ਟਿਕ ਟਿਕ, ਡਾਰ ਵਿੱਚ ਹੁੰਦੀਆਂ ਕੂੰਜਾਂ, ਗਹਿਣੇ ਸੂਟ ਕਬੀਲੇਦਾਰੀ, ਹੱਥ ਦੀਆਂ ਛਾਪਾਂ, ਪਰਲੋਬਾਂ ਤੇ ਮੋਹ ਦਾ ਭਵਜਲ, ਜਿਸ ਵਿੱਚ ਲੱਲੀ ਟਾਵੀ ਮੱਛੀ ਜਾਲ ਤੋਂ ਜਾਨ ਛੁੜਾ ਸਕੇ। ਵਾਹ ਜੀ ਵਾਹ, बहुत ही है, ਬਹੁਤ ਆਖਰੀ ਇੱਕ ਹੋਰ ਨਜ਼ਮ ਸੁਣਾਉਂਦਾ। ਆਖਰੀ वाह वाह, बहुत खूबसूरत जी। मजा आ गया पंजाबी का। ਇਹਦਾ ਨਾਮ ਜੀ ਗੁਣਾ ਚੌਰ। ਸਮਝਦੇ ਗੁਣਾ ਚੌਰ? ਸੁਣਿਆ ਕਦੇ? नहीं ਆਪਣੇ ਤੇ ਆਪਣਾ ਜਿਹੜੀ ਵੈਬਸਾਈਟ ਹੈ ਉਹਦੇ ਚ ਆਇਆ ਨੇ ਇਹਨਾਂ ਦੀਆਂ ਕਿਤਾਬਾਂ। ਉਹ ਤੁਸੀਂ ਦੇਖ ਸਕਦੇ ਹੋ ਸ਼ਾਮ केड़ा चौ ਆਪਣਾ ਹੈਗੀ। नहीं नहीं, गुणा चौड़ कह रहे हो कि ਗੁਣਾ ਚੌਰ, चौर? ਗੁਣਾ ਚੌਰ ਇਹ ਕੀ ਹੈ? ਨਜ਼ਮ ਚ ਹੀ ਆਉਂਦਾ ਹੈ। अच्छा ਗੁਣਾ ਚੌਰ ਮੈਂ ਕਦੇ ਨਹੀਂ ਗਿਆ। अच्छा, ਕੋਈ ਗੁਣਾ ਚੌਰ ਦਾ ਨਾਂ ਲੈਂਦਾ ਹੈ ਤਾਂ ਦਿਲ ਨੂੰ ਕੁਝ ਹੋਣ ਲੱਗਦਾ ਹੈ। ਮਾਂ ਗੁਣਾ ਚੌਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਰਦੀ ਹੁੰਦੀ ਸੀ। ਮੈਂ ਉਹਦੇ ਖੰਭਾਂ ਤੇ ਬੈਠ ਗੁਣਾ ਚੌਰ ਚਲੇ ਜਾਣਾ। ਉਦੋਂ ਲੱਗਦਾ ਸੀ ਗੁਣਾ ਚੌਰ ਕੋਈ ਜਗ੍ਹਾ ਹੈ ਜਲੰਧਰ ਦੇ ਪਰੇ ਨਵੇਂ ਸ਼ਹਿਰ ਲਾਗੇ। ਹਨੇਰੇ ਵਿੱਚ ਕੋਈ ਬੱਤੀ ਹੈ ਜਗਦੀ ਬੁਝਦੀ। ਮੈਂ ਰਿਸ਼ਤੇਦਾਰਾਂ ਦਾ ਸੋਚਦਾ ਜੋ ਕਦੇ ਮਿਲੇ ਨਹੀਂ। जलना ते कोल है फिर। ਹਾਂਜੀ, ਉੱਥੇ ਗੁਣਾ ਚੌਰ। ਉਦੋਂ ਲੱਗਦਾ ਸੀ ਗੁਣਾ ਚੌਰ ਕੋਈ ਜਗ੍ਹਾ ਹੈ ਜਲੰਧਰ ਦੇ ਪਰੇ ਨਵੇਂ ਸ਼ਹਿਰ ਲਾਗੇ।
ਨੇਰੇ ਵਿੱਚ ਕੋਈ ਬੱਤੀ ਹੈ ਜਗਦੀ ਬੁਝਦੀ, ਮੈਂ ਰਿਸ਼ਤੇਦਾਰਾਂ ਦਾ ਸੋਚਦਾ ਜੋ ਕਦੇ ਮਿਲੇ ਨਹੀਂ। ਅੱਜ ਵੀ ਉਹ ਥਾਂ ਬਹੁਤੀ ਦੂਰ ਨਹੀਂ, ਨੇੜੇ ਹੀ ਹੈ, ਬਹੁਤ ਨੇੜੇ। ਮੈਂ ਜਿੱਥੇ ਵੀ ਹੁੰਦਾ ਹਾਂ ਉੱਥੇ ਹੀ ਹੁੰਦੀ ਹੈ ਮਾਂ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਮੈਂ ਹੋਰ ਕਿਤਾਬਾਂ ਮੇਰੀਆਂ ਢੇਰ ਨੇ, ਮੈਂ ਆਹ ਹੀ ਲਿਆ ਬਸ। ਇਹਦੇ ਚ ਹੋਰ ਮੈਂ ਸੌਖੀਆਂ ਜੀ। ਉੱਥੇ ਮੇਰਾ ਪੁੱਤਰ ਸੀ ਨਾਲ, ਤੇ ਉਹ ਹੀ ਨਹਾਉਣ ਲੱਗ ਪਿਆ, ਹੋਰ ਬੱਚੇ ਵੀ ਨਹਾ ਰਹੇ ਸੀ, ਤੇ ਉਹਨਾਂ ਨੂੰ ਵੇਖ ਕੇ ਦੇਖਿਆ ਝਰਨਾ। ਗੋਰੇ ਸੀਗੇ ਨਾਲ ਸਾਰੇ ਰਲੇ ਮਿਲੇ ਸੀ। ਆਖਿਰ ਹਾਰ ਕੇ ਪੱਥਰਾਂ ਨੇ ਪਾਣੀ ਨੂੰ ਰਸਤਾ ਦਿੱਤਾ। क्या बात, वाह वाह, पहली वाह जी वाह, बहुत कोई आसान नहीं। तखय्युल दी प्रवास। ਆਖਿਰ ਹਾਰ ਕੇ ਪੱਥਰਾਂ ਨੇ ਪਾਣੀ ਨੂੰ ਰਸਤਾ ਦਿੱਤਾ। ਰਸਤਾ ਦਿੱਤਾ। ਕੌਣ ਸੀ ਪਹਿਲਾਂ, ਜਾਂ ਪੱਥਰ ਜਾਂ ਪਾਣੀ? वाह वाह। ਪੱਥਰ ਪਾੜ ਕੇ ਉੱਗਾ ਰੁਖੜਾ, ਜਾਂ ਫਿਰ ਉਸ ਦਾ ਬੀ? ਇਹ ਸਾਰੇ ਸਵਾਲ ਆਪਾਂ ਪੁੱਛਦੇ ਰਹਿੰਦੇ ਇਹਨਾਂ ਦੇ ਜ਼ਿਆਦਾ ਅਕਲਮੰਦ ਜਿਹੜੇ। ਪਾਣੀ ਗਿੱਲਾ ਕਿਉਂ ਹੁੰਦਾ ਹੈ? वाह। ਹਾਂ ਕਦ ਤੱਕ ਇਸਨੇ ਵਹਿੰਦੇ ਰਹਿਣਾ? क्या बात। ਕੁੜੀਆਂ ਮੁੰਡੇ ਝਰਨੇ ਵਿੱਚ ਨਹਾਉਂਦੇ, ਕਿਲਕਾਰੀਆਂ ਚੁਭੀਆਂ ਮਾਰਨ, ਸਿਰਾਂ ਤੇ ਡਿੱਗਦਾ ਪਾਣੀ ਪਿਆਰ ਕਰੇਂਦਾ ਆਖੇ, ਜਿਉਂਦੇ ਰਹੋ ਜਵਾਨੀਆਂ। ਜਿਉਂਦੇ ਰਹੋ ਜਵਾਨੀਆਂ ਮਾਣੋ। ਨਵਯੁਵਕਾਂ ਨੌਜਵਾਨਾਂ ਨੇ ਨਵਯੁਵਕਾਂ ਸਵਾਲ ਉਤਾਰ ਕੇ ਕੰਢੇ ਰੱਖੇ। वाह वाह, वाह जी वाह। ਨਵਯੁਵਕਾਂ ਸਵਾਲ ਉਤਾਰ ਕੇ ਕੰਢੇ ਰੱਖੇ। ਇਸ ਵੇਲੇ ਉਹਨਾਂ ਨੂੰ ਕਿਉਂ, ਕਿਵੇਂ ਤੇ ਕਿਸ ਥਾਂ ਦੀ ਨਹੀਂ ਕੋਈ ਵੀ ਚਿੰਤਾ। वाह जी वाह, वाह जी वाह। ਇਹ ਘਟ ਰਿਹਾ ਵੇਲਾ, ਸਵਾਲ ਤੋਂ ਬਾਹਰ ਪਾਣੀ ਅੰਦਰ ਪਾਣੀ ਹੋਣ ਦਾ ਵੇਲਾ। ਇਹ ਘਟ ਰਿਹਾ ਵੇਲਾ, ਸਵਾਲ ਤੋਂ ਬਾਹਰ ਪਾਣੀ ਅੰਦਰ ਪਾਣੀ ਹੋਣ ਦਾ ਵੇਲਾ। ਇਹ ਵੇਲਾ ਤਾਂ ਜਿਉਂਦੇ ਰਹਿਣ ਜਵਾਨੀਆਂ ਮਾਨਣ ਦਾ। ਕਿਹੜੇ ਗੁਣ ਲਗਾ ਸਯੋਨੀ ਪਿਆ ਨੂੰ ਮੈਂ ਪਿਆਰੀਆਂ। ਕਿਹੜੇ ਗੁਣ ਲਗਾ ਸਯੋਨੀ ਪਿਆ ਨੂੰ ਮੈਂ ਪਿਆਰੀਆਂ। ਕਿਹੜੇ ਗੁਣ ਲਗਾ ਹੋਰ ਸਈਆ ਲੰਘ ਪਾਰ ਚਾ ਗਈਆਂ। ਹੋਰ ਸਈਆ ਲੰਘ ਪਾਰ ਚਾ ਗਈਆਂ। ਮੈਂ ਰਹਿ ਗਈ ਕਰਮਾਂ ਮਾਰੀਆਂ। ਕਿਹੜੇ ਗੁਣ ਲਗਾ ਸਯੋਨੀ ਪਿਆ ਨੂੰ ਮੈਂ ਪਿਆਰੀਆਂ। ਕਿਹੜੇ ਗੁਣ ਲਗਾ ਹੋਰ ਸਈਆ ਨੂੰ ਮਾਹੀ ਗਲ ਨਾਲ ਲਾਵੇ। ਹੋਰ ਸਈਆ ਨੂੰ क्या बात। ਮਾਹੀ ਗਲ ਨਾਲ ਲਾਵੇ। ਮੈਂ ਸਜੂ ਚੜੀ ਉਤਾਰੀਆਂ। ਕਿਹੜੇ ਗੁਣ ਲਗਾ
ਕੁਝ ਤੁਸੀਂ ਕਹਿ ਬਹੁਤ ਬਾਈ ਸੁਣਾਓ। ਕੁਝ ਅਯਾਨੇ ਬੋਰਡ ਦੇ ਹੇਠਾਂ ਬੈਠੇ ਕਰਨ ਹਿਸਾਬ, ਜਿਹੜੀ ਪਹਿਲੀ ਵਿਚਸਨ ਬੀਜੇ ਵੱਡਿਆਂ ਫੁੱਲ ਗੁਲਾਬ। ਕੀ ਬਾਤ। ਕੁਝ ਅਯਾਨੇ ਬੋਰਡ ਦੇ ਹੇਠਾਂ ਬੈਠੇ ਕਰਨ ਹਿਸਾਬ, ਜਿਹੜੀ ਪਹਿਲੀ ਵਿਚਸਨ ਬੀਜੇ ਵੱਡਿਆਂ ਫੁੱਲ ਗੁਲਾਬ। ਤੇ ਫੁੱਲਾਂ ਦੀ ਥਾਂ ਉੱਥੇ ਉੱਗੇ ਕਈ ਕੰਡਿਆਲੇ ਰੁੱਖ। ਵਾਹ। ਚਿੜੀਆਂ ਭੁਖਮ ਪਾਣੀਆਂ ਸੂਰਾ ਪਰ ਲਈ ਕੁੱਖ। ਵਾਹ। ਕਿੱਧਰ ਇਸ਼ਾਰਾ ਹੈ? ਕਿੱਧਰ ਇਸ਼ਾਰਾ ਕੀਤਾ ਹੈ? ਬਸ ਨਜ਼ਮ ਲਿਖੀ ਸੀ ਵੱਡੇ ਜੋਬਲੀ ਦੇ ਉੱਤੇ, ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ ਤਕਸੀਮ ਦੇ 50 ਸਾਲਾਂ ਦੇ ਕਿ ਸਭ ਕੁਝ ਯਾਨੇ ਬੋਰਡ ਦੇ ਹੇਠਾਂ ਬੈਠੇ ਕਰਨ ਹਿਸਾਬ, ਜਿਹੜੀ ਪਹਿਲੀ ਵਿਚਸਨ ਬੀਜੇ ਵੱਡਿਆਂ ਸਿਆਣਿਆਂ ਨੇ ਵੰਡ ਕੀਤੀ ਸੀ, ਯਾਨੇ ਹਿਸਾਬ ਕਰ ਰਹੇ। ਕੀ ਬਾਤ। ਵਾਹ ਵਾਹ।